ਭਰੋਸਾ ਹੈ, ਪਿਆਰ ਹੈ, ਉਹੀ ਹੀ ਉਹ ਮਾਲਕ ਪਰਮਾਤਮਾ ਨੂੰ ਦਿਲੋਂ ਯਾਦ ਕਰ ਸਕਦੇ ਨੇ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਜਿਨ੍ਹਾਂ ਦੇ ਮਨ ਵਿੱਚ ਹੈ, ਜਿਨ੍ਹਾਂ ਨੂੰ ਭਰੋਸਾ ਯਕੀਨ ਹੈ, ਪਾਤਸ਼ਾਹ ਜੀ ਕਹਿੰਦੇ ਉਹੀ ਹੀ ਮਾਲਕ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜਦੇ ਨੇ। ਇਸ ਕਰਕੇ ਦੁਨੀਆ ਦੀ ਜੇ ਆਪਾਂ ਸਾਰੀ ਕਾਇਨਾਤ ਨੂੰ ਵੇਖੀਏ ਨਾ, ਤਾਂ ਇਹਦੇ ਵਿੱਚ ਭਰੋਸੇ ਤੇ ਚੱਲ ਰਿਹਾ ਸਿਸਟਮ ਸਾਰਾ, ਯਕੀਨ ਤੇ। ਆਪਾਂ ਆਪਣੇ ਪਰਿਵਾਰ ਤੋਂ ਥੋੜੀ ਜਿਹੀ ਨਿਗਾਹ ਮਾਰ ਕੇ ਵੇਖੀਏ, ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਜਾਣੀ ਕਿ ਉਹਨਾਂ ਨੂੰ ਆਪਾਂ ਇਹਨਾਂ ਲਫ਼ਜ਼ਾਂ ਦੇ ਨਾਲ ਵੀ ਬਿਆਨ ਕਰ ਸਕਦੇ ਹਾਂ ਵੀ ਪਤੀ ਪਤਨੀ। ਗੱਲ ਚੱਲੀ ਆ ਭਰੋਸੇ ਦੀ, ਯਕੀਨ ਦੀ, ਤੇ ਯਕੀਨ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਹੀ ਅਸੀਂ ਨਿਗਾਹ ਮਾਰਨੀ ਆ। ਹੁਣ ਇੱਕ ਪਰਿਵਾਰ ਹੈ, ਉਸ ਪਰਿਵਾਰ ਦੇ ਵਿੱਚ ਮਾਤਾ ਪਿਤਾ ਜਾਂ ਪਤੀ ਪਤਨੀ ਤੋਂ ਆਪਾਂ ਆਰੰਭ ਕਰ ਲਓ। ਪਤੀ ਪਤਨੀ ਇਹ ਉਹ ਰਿਸ਼ਤਾ ਗਾ, ਉਹ ਆਪਸੀ ਸੰਬੰਧ ਆ, ਉਹ ਆਪਸੀ ਤਾਲਮੇਲ ਆ, ਜਿਹਨੂੰ ਆਪਾਂ ਭਰੋਸੇ ਦੇ ਪਿੱਲਰ ਤੇ ਖੜਾ ਕੀਤਾ ਹੋਇਆ। ਜੇ ਭਰੋਸੇ ਦਾ ਪਿੱਲਰ ਨਾ ਹੋਵੇ ਤਾਂ ਕੀ ਹੈ, ਇਹ ਰਿਸ਼ਤਾ ਟੁੱਟ ਜਾਂਦਾ ਗਾ। ਉਹ ਛੱਤ ਨਹੀਂ ਰਹਿੰਦੀਗੀ। ਉਹ ਕਿਸੇ ਤਰ੍ਹਾਂ ਦੀ ਆਪਣੇ ਜੀਵਨ ਦੇ ਵਿੱਚ ਵੱਡੀ ਤੋਂ ਵੱਡੀ ਉਸਾਰੀ ਨਹੀਂ ਕਰ ਪਾ ਸਕਦੇ ਜੇ ਭਰੋਸਾ ਨਹੀਂ ਹੈ। ਬਸ ਇਹ ਰਿਸ਼ਤੇ ਨੂੰ ਆਪਾਂ ਭਰੋਸੇ ਤੇ ਖੜਿਆ ਹੋਇਆ ਵੇਖ ਸਕਦੇ ਆ। ਜੇ ਪਤਨੀ ਨੂੰ ਪਤੀ ਤੇ ਭਰੋਸਾ ਤੇ ਪਤਨੀ ਵਿਸ਼ਵਾਸ ਕਰਦੀ ਆ, ਪਤੀ ਪਤਨੀ ਤੇ ਵਿਸ਼ਵਾਸ ਕਰਦਾ, ਉਹਨੂੰ ਆਪਣੀ ਪਤਨੀ ਤੇ ਭਰੋਸਾ ਗਾ। ਦੋਵਾਂ ਦਾ ਜਿਹੜਾ ਜੀਵਨ ਆ ਨਾ, ਇੱਕ ਭਰੋਸੇ ਤੇ ਖੜਾ। ਬਸ ਇੱਥੋਂ ਆਪਾਂ ਆਰੰਭਤਾ ਕੀਤੀ ਹੈ ਗੱਲ ਦੀ। ਫਿਰ ਉਦੋਂ ਅੱਗੇ ਬੱਚੇ ਬੱਚੀਆਂ ਦਾ ਜਨਮ ਹੁੰਦਾ ਗਾ। ਹੁਣ ਬਾਪੂ ਨੇ ਕਿੱਡਾ ਵੱਡਾ ਆਪਣੀ ਧੀ ਤੇ ਆਪਣੇ ਪੁੱਤ ਤੇ ਭਰੋਸਾ ਕੀਤਾ, ਕਿੱਡਾ ਵੱਡਾ। ਛੋਟਾ ਭਰੋਸਾ ਨਹੀਂ, ਬਹੁਤ ਵੱਡਾ ਭਰੋਸਾ। ਬਾਪੂ ਨੇ ਆਪਣੇ ਆਪ ਨੂੰ ਬੜਾ ਸਮਝਾਇਆ, ਮੇਰੀ ਧੀ ਮੇਰਾ ਪੁੱਤ ਬੜੇ ਲਾਇਕ ਨੇ, ਬੜੇ ਸਿਆਣੇ ਨੇ। ਤੇ ਚੇਤਾ ਰੱਖਿਓ, ਸਿਆਣੇ ਬੱਚੇ, ਲਾਇਕ ਬੱਚੇ ਆਪਣੇ ਬਾਪੂ ਦੇ ਭਰੋਸੇ ਦਾ ਘਾਣ ਨਹੀਂ ਕਰਦੇ, ਉਹ ਖਤਮ ਨਹੀਂ ਕਰਦੇ। ਇਹ ਨਹੀਂ ਸੋਚਦੇ ਵੀ ਕਿਹੜਾ ਸਾਨੂੰ ਬਾਪੂ ਵੇਖਦਾ ਗਾ, ਕਿਹੜਾ ਸਾਨੂੰ ਸਾਡਾ ਪਿਓ ਜਾਂ ਸਾਡੀ ਮਾਂ ਵੇਖਦੇ ਆ। ਅਕਸਰ ਇਹ ਗੱਲਾਂ ਆਪਾਂ ਨੂੰ ਸਮਾਜ ਵਿੱਚ ਰਹਿੰਦਿਆਂ ਪਤਾ। ਤੇ ਅੱਗੇ ਧੀ ਨੂੰ, ਪੁੱਤ ਨੂੰ ਵੀ ਬਾਪੂ ਤੇ ਬਹੁਤ ਭਰੋਸਾ। ਉਹਦੇ ਮਨ ਦੇ ਵਿੱਚ ਇਹ ਆ ਵੀ ਜੇ ਕਿਤੇ ਵੀ ਕੋਈ ਆਫਤ ਆਉਂਦੀ ਆ ਤੇ ਮੇਰਾ ਬਾਪੂ, ਮੇਰੀ ਮਾਂ, ਮੇਰਾ ਪਿਓ ਮੇਰੇ ਨਾਲ ਆ। ਉਹਨਾਂ ਨੂੰ ਵੀ ਬਹੁਤ ਵੱਡਾ ਭਰੋਸਾ। ਜੇ ਭਰੋਸਾ ਹੈ ਹੀ ਨਹੀਂ ਤਾਂ ਇਹ ਰਿਸ਼ਤਾ ਟੁੱਟ ਜਾਊਗਾ, ਚਾਹੇ ਪਤੀ ਪਤਨੀ ਦਾ, ਚਾਹੇ ਬੱਚਿਆਂ ਦੇ ਨਾਲ ਸਾਡਾ ਸੰਬੰਧ ਆ, ਤੇ ਚਾਹੇ ਸਾਡਾ ਭਰਾਵਾਂ ਦੇ ਨਾਲ ਆ। ਜੇ ਆਪਸ ਵਿੱਚ ਭਰਾਵਾਂ ਨੂੰ ਇੱਕ ਦੂਜੇ ਤੇ ਭਰੋਸਾ ਨਹੀਂ, ਫਿਰ ਵੀ ਇੱਕ ਮਾਂ ਦੇ ਜਾਏ ਨੇ ਰਿਸ਼ਤਾ ਟੁੱਟ ਜਾਊਗਾ। ਵੱਡਾ ਭਰਾ ਤੇ ਛੋਟਾ ਭਰਾ ਇੱਕ ਦੂਜੇ ਤੇ ਸ਼ੱਕ ਕਰਨ ਲੱਗੇ ਨਾ, ਰਿਸ਼ਤਾ ਟੁੱਟ ਜਾਊ। ਬੜਾ ਪਾਕ ਪਵਿੱਤਰ ਰਿਸ਼ਤਾ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੂਰੀ ਦੀ ਪੂਰੀ ਕਿਰਿਆ, ਪੂਰੇ ਦਾ ਪੂਰਾ ਕਾਇਨਾਤ ਦਾ ਜਿਹੜਾ ਸਿਸਟਮ ਆ ਨਾ, ਇਹ ਇੱਕ ਭਰੋਸੇ ਤੇ ਖੜਾ, ਯਕੀਨ ਤੇ ਖੜਾ ਗਾ। ਆਪਾਂ ਆਮ ਹੀ ਦੇਖ ਲਓ, ਘਰਾਂ ਦੇ ਵਿੱਚ ਦੇਣ ਲੈਣ ਹੁੰਦਾ ਗਾ। ਕਈ ਵਾਰ ਬੰਦਾ ਕਹਿੰਦਾ ਕੋਈ ਗੱਲ ਨਹੀਂ ਭਾਈ, ਤੈਥੋਂ ਮੈਂ 50,000 ਰੁਪਏ ਦੀ ਰਕਮ ਲੈਤੀ ਆ, ਤੂੰ ਲਿਖਤ ਕਰ ਲਾ। ਤੇ ਜੇ ਬੰਦਾ ਲਾਇਕ ਹੋਵੇ ਤੇ ਅਗਲਾ ਕੀ ਜਵਾਬ ਦਿੰਦਾ, ਨਹੀਂ ਭਾਈ ਕੋਈ ਗੱਲ ਨਹੀਂ, ਭਰੋਸਾ ਤੇਰੇ ਤੇ ਯਕੀਨ ਆ, ਐਂ ਕਿੱਧਰ ਡੁੱਬਦੇ ਨੇ ਪੈਸੇ, ਕੋਈ ਗੱਲ ਨਹੀਂ। ਗੱਲ ਕਿੱਥੇ ਪਹੁੰਚ ਗਈ? ਯਕੀਨ ਤੇ। ਜੇ ਸਾਡੇ ਇਸ ਕਾਇਨਾਤ ਦੇ ਸਿਸਟਮ ਵਿੱਚ ਯਕੀਨ ਬਹੁਤ ਵੱਡੀ ਚੀਜ਼ ਆ, ਭਰੋਸਾ ਬਹੁਤ ਵੱਡੀ ਚੀਜ਼ ਆ, ਵਿਸ਼ਵਾਸ ਬਹੁਤ ਵੱਡੀ ਚੀਜ਼ ਆ, ਤੇ ਫਿਰ ਚੌਥੇ ਪਾਤਸ਼ਾਹ ਕਹਿੰਦੇ ਤੂੰ ਨਾ ਰੱਬ ਤੇ ਵੀ ਭਰੋਸਾ ਰੱਖ।
उस अल्लाह ते खुदा भगवान ते गुरु ते भरोसा रख। पर यह गल चेता रखो, बंदा बंदे ते भरोसा कर लैंदा पर रब ते भरोसा, गुरु ते भरोसा नहीं करता। ये बंदे दी बहुत बड़ी कमजोरी आ। जिवें आपां इहनूं थोड़ा जिहा व्यंग दे विच ही समझ लीए गल नूं भी कोई अज दे समय विच ना देहधारी पखंडी नाटकी लोक ने जिहड़े लोकां नूं गुमराह करके लुट रहे ने, टूणे टामण आदक चक्रां दे विच पा के बंदे नूं वड्डे पੱਧਰ ते बीबियां नूं भरावां नूं लुट रहे ना, उन्हें लुट रहे ने। नाले सानूं फिर भी उन्हां ते यकीन आ भी ये साडे घर दा इलाज करूगा, ये साडे परिवार दा इलाज करूगा। नंबर 2, अज साडे बच्चे देशां विदेशां दे विच जांदे ने, एजेंट साथों लाखां रुपया लैंदे ने, कोई लिखत नहीं, कोई किसी तरह का प्रूफ नहीं है। असी सिर्फ यकीन ते पैसा दे रहे हैं। लाखां रुपया 5 लाख 10 20 50 जिन्ने भी मंगदा असी दिन्ने आ, पर सिर्फ यकीन। सोच के देखो, जिन्ना यकीन जिन्ना भरोसा असी एक देहधारी ते कीता, नाटकी बंदे ते एक पखंडी ते कीता ना, जिन्ना यकीन असी किसी एजेंट ते कीता गा, ते इन्ना यकीन कदे गुरु ते करके देखो, साडी जिंदगी दा पासा पलट जूगा। साडी जिंदगी दा एक ओ वक्त आ जाऊगा जिस वक्त दे विच कोई सानू हरा नहीं सकदा, सानू कोई ताकत दुनिया दी खरीद नहीं सकदी, सानू कोई दुनिया दा बड़े तो बड़ा व्यक्ति भी मार नहीं सकदा, जे इन्ना भरोसा गुरु ते होए। जाके मन गुर की प्रतीत, गुरु ते यकीन, गुरु ते भरोसा। बस अज दे शब्द विच चौथे पातशाह ने यही समझाया भी जिवें पति पत्नी दे रिश्ते विच भरोसा गा, भरोसे दा सीमेंट लग्या होया गा, भरोसे दा जोड़ लग्या होया, माता पिता दे अते बच्चे बच्चियां दे, भैन भरावां दे, गुआंढी गुआंढियां दे भरोसे ते गल खड़ी आ। पर एक गल जरूर कहांगे, गल भरोसे दी चलदी आ ते पर साडे समाज दे विचों अज भरोसा जिहड़ा ओह खंभ ला के उड चुक्या। ना भरा नूं भरा ते यकीन आ, ना मां नूं प्यो ते आ, ना प्यो नूं मां ते आ, किसे नूं इक दूजे ते यकीन नहीं रहा, ना गुआंढी नूं गुआंढी ते यकीन आगा। यकीन नां दी चीज़, भरोसे नां दी चीज़ साडे समाज दे विचों अज खंभ ला के खत्म हो गई। इहनूं मुड़ सुरजीत करिए, इनू मुड़ बहाल करिए, आपां गुरु बख्शिश करे, इन्ना भरोसा सानू गुरु ते होवे। फिर चौथे पातशाह गल करदे ने, कहंदे तू भरोसा रख रब ते, मेहनत कर। गल मेहनत दी कीती है, मेहनत आपां सारे करदे आ, खेती करदे आ, रज के मेहनत कर, व्यापारी आ मेहनत कर, दुकानदार डॉक्टर मास्टर कोई भी किसी अदारे विच काम करना, मेहनत कर। एक नंबर च ना मेहनत कर, अगे मालक ने बख्शिश करनी है। अवार्ड जानी कि यूं कह लो भी परमात्मा ने तेनू एक बहुत बड़ा तोहफा देना जे तू मेहनत करेगा। पर यह भी गल नाल आपां कहांगे, अज साडे समाज दे विच मेहनत नूं मानता नहीं है। मेहनत आ जिहड़ी ओह जी ला के करन वाला कोई कोई रह गया, चाहे दिहाड़ी होवे, चाहे खेती आ, चाहे दुकानदारी आ, चाहे व्यापारी सिस्टम आ, कुछ भी आ, जानी कि मेहनत वाला पक्ष आ जिहड़ा साडा ओह भी डाउन हो गया। गुरु कृपा करे, तुसीं बड़े सूझवान सियाणे हो, मेहनत वाले पासे आइए। दब के बाह रज के खा। कहावतां तां साडीआं बड़ियां वधिया ने ना, कहावतां च कमी नहीं है, पर दब के वाहुंदा कौन अपने शरीर नूं? अपने शरीर तो जिन्नी इहदी पावर आ, इन्ना काम कौन लैंदा गा? मान लो ट्रैक्टर की एक दी ना 60-70 हार्स पावर बनाई हैगी, काम कौन लैंदा? उन्होंने कुछ नहीं हुंदा गा, वो तो काम लै, वो काम लैण वास्ते एडा वड्डा तैयार कीता इंजन, वो तो दब के काम लै, दिन रात काम लै, उन्होंने कुछ नहीं हुंदा गा। इवें जिवें साडा शरीर है ना, ये तो काम लै, इनू कुछ वक्त रेस्ट चाहिदी आ, हर वक्त रेस्ट नहीं चाहिदी। पर बंदे ने यही मन लिया, कहना खाओ पीओ ऐश करो मित्रो, बस खा लो पी लो, वेले रह लो, इधर उधर डप डप करते फिरो, चुगली निंदिया। अच्छा वेला बंदे ही शरारतां करा, उही शरारतां करूगा। चलो कहण तो मुराद चौथे पातशाह कहंदे दब के बाह, मेहनत कर, भरोसा रख रब ते, यकीन रख रब ते रब ने तैनूं फल जरूर देना गा।
इत्थे रहाउ दा जिहड़ा बनदा ਉਹਦੇ ਵਿੱਚ ਪਾਤਸ਼ਾਹ ਕਹਿੰਦੇ मेरे मन आसा कर जगदीश गोसाई। हे मेरे मन ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਗੱਲ ਕੀਤੀ ਆ, हे मेरे मन आसा कर, आस रख जगदीश गोसाई। जगदीश जगत दा ईश्वर, गोसाई धरती दा पालनहारा। ਉਹ ਧਰਤੀ ਦੇ ਪਾਲਣਹਾਰੇ ਤੇ ਭਰੋਸਾ ਕਰ। ਤੇਰੇ ਨਾਲ ਤਾਂ ਪੰਛੀ ਵੀ ਚੰਗੇ ਆ, ਸਾਡੇ ਨਾਲ ਤਾਂ ਪਸ਼ੂ ਵੀ ਚੰਗੇ ਆ, ਜਿਨ੍ਹਾਂ ਨੂੰ ਰੱਬ ਤੇ ਯਕੀਨ ਆ, ਭਰੋਸਾ ਰੱਬ ਤੇ। ਉਹਨਾਂ ਨੇ ਸਵੇਰੇ ਖਾਧਾਗਾ, ਚੁਗਾ ਚੁਗਿਆ ਨਾ, ਸ਼ਾਮ ਦਾ ਪ੍ਰਬੰਧ ਕਹਿੰਦੇ ਰੱਬ ਫੇਰ ਕਰੂਗਾ। ਉਹਨਾਂ ਨੂੰ ਬੜੀ ਵੱਡੀ ਆਸ ਆ, ਤੇ ਪਰ ਬੰਦੇ ਨੂੰ ਸ਼ਾਇਦ ਇਹ ਆਸ ਨਹੀਂ ਹੈ। ਗੁਰੂ ਸਾਹਿਬ ਚੌਥੇ ਪਾਤਸ਼ਾਹ ਕਹਿੰਦੇ ਆਸ ਰੱਖ। ਇੱਕ ਗੱਲ ਮੈਂ ਵਿੱਚੋਂ ਦੀ ਕਹਿ ਦੇਵਾਂ, ਤੁਸੀਂ ਚੌਥੇ ਪਾਤਸ਼ਾਹ ਦੇ ਸਾਰੇ ਜਣੇ ਨਾ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਆਪਾਂ ਹੁਣੇ ਗੱਲ ਕੀਤੀ ਆ, ਪਤੀ ਨੂੰ ਪਤਨੀ ਤੇ ਭਰੋਸਾ ਤੇ ਪਤਨੀ ਨੂੰ ਪਤੀ ਤੇ ਭਰੋਸਾ, ਮਾਂ ਪਿਓ ਨੂੰ ਬੱਚਿਆਂ ਤੇ ਭਰੋਸਾ ਤੇ ਬੱਚਿਆਂ ਨੂੰ ਮਾਂ ਪਿਓ ਤੇ ਭਰੋਸਾ। ਤੇ ਚੇਤਾ ਰੱਖਿਓ, ਕਈ ਵਾਰ ਮਾਪੇ ਗੁਜ਼ਰ ਜਾਣ, ਚਲੇ ਜਾਣ, ਆਪਣੇ ਸਵਾਸ ਪੂਰੇ ਹੋ ਗਏ, ਡੈਡ ਬੋਡੀ ਹੋ ਗਈ, ਖਤਮ ਹੋ ਗਏ, ਤੇ ਉਦੋਂ ਗਾਹਾਂ ਬੱਚਿਆਂ ਨੂੰ ਕਿਤੇ ਭਰੋਸਾ ਗਾ। ਇਹ ਗੱਲ ਵੇਖਣ ਵਾਲੀ ਆ। ਪਰ ਇਹ ਚੌਥੇ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਮੈਨੂੰ ਆਪਣੀ ਮਾਂ ਤੇ ਆਪਣੇ ਬਾਪ ਤੇ ਬੜਾ ਵੱਡਾ ਭਰੋਸਾ ਸੀ, ਹੋਣਾ ਚਾਹੀਦਾ ਵੀ ਆ, ਕੋਈ ਸ਼ੱਕ ਨਹੀਂ। ਜਿਨ੍ਹਾਂ ਨੇ ਜਨਮ ਦਿੱਤਾ ਨਾ, ਉਹਨਾਂ ਤੇ ਭਰੋਸਾ ਹੋਵੇ। ਉਹ ਕਦੇ ਵੀ ਮਾੜਾ ਕੰਮ ਨਹੀਂ ਕਰਦੇ। ਬੀਬੀ ਭਾਨੀ ਨੂੰ ਪੁੱਛ ਕੇ ਵੇਖ ਲਓ ਵੀ ਤੇਰੇ ਪਿਓ ਨੇ ਮਾੜਾ ਕੰਮ ਕੀਤਾ? ਕਦੇ ਨਹੀਂ ਕੀਤਾ। ਚਲੋ ਜਿਹੜੀ ਗੱਲ ਇੱਥੇ ਆਪਾਂ ਕਹਿਣੀ ਆ, ਮਤਲਬ ਉਸ ਤੋਂ ਬਾਅਦ ਜਦੋਂ ਮਾਂ ਪਿਓ ਚਲੇ ਗਏ ਤੇ ਉਸ ਤੋਂ ਬਾਅਦ ਭਰੋਸਾ ਰੱਬ ਤੇ, ਪਰਮੇਸ਼ਰ ਪਰਮਾਤਮਾ ਤੇ ਨਾਲ ਰੱਖਣਾ ਨਾ। ਤੇ ਫਿਰ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਰੱਬ ਤੇ ਨਾ, ਸਾਡਾ ਤਾਂ ਕਿਸੇ ਦਾ 20% ਭਰੋਸਾ ਹੋਊ, ਕਿਸੇ ਦਾ 30 ਹੋਊਗਾ, ਹੱਦ ਕਿਸੇ ਦਾ 50 ਪਲੱਸ 60, ਇਦੋਂ ਵੱਧ ਨਹੀਂ ਹੋਣਾਗਾ। ਕਿਤੇ ਨਾ ਕਿਤੇ ਅਸੀਂ ਵੀ ਜਾ ਕੇ ਡੋਲ ਜਾਂਦੇ ਆ, ਕਿਤੇ ਨਾ ਕਿਤੇ ਨਾ ਕਹਿੰਦੇ ਕਹਾਉਂਦੇ ਸੁਣੇ ਨੇ, ਆਪਾਂ ਵੇਖੇ ਨੇ, ਕੋਈ ਨਾ ਭਾਈ ਪਵਾਲਾ ਫਿਰ ਥੋੜਾ ਮਾੜਾ ਜਾਂ ਕੀ ਹੁੰਦਾ, ਟਾਈਫਾਇਡ ਹਟ ਜੂਗਾ, ਇਹਦਾ ਮਤਲਬ ਭਰੋਸਾ ਹੈ ਨਹੀਂਗਾ, ਯਕੀਨ ਨਹੀਂ ਹੈ। ਇੱਕ ਨਾ ਮੈਂ ਤੁਹਾਨੂੰ ਵਿੱਚੋਂ ਦੀ ਗੱਲ ਕਹਿੰਦਾ, ਮੁਸਲਮਾਨ ਭਰਾਵਾਂ ਦਾ ਮੁੰਡਾ ਗਾ, ਲੜਕਾ, ਉਹਨੂੰ ਬਲੱਡ ਕੈਂਸਰ ਹੋ ਗਿਆ, ਨੌਜਵਾਨ ਹੈਗਾ, ਅਜੇ ਪੜ੍ਹ ਰਿਹਾ ਹੈਗਾ। ਕੱਲ ਹੀ ਉਹਨੇ VC ਦੇ ਵਿੱਚ ਪੇਪਰ ਦਿੱਤੇ ਸੀਗੇ ਤੇ ਹੁਣ ਰਿਜ਼ਲਟ ਆਇਆਗਾ, ਉਹਦਾ 85% ਨੰਬਰ ਆਏ ਨੇ। ਇੰਨਾ ਹੁਸ਼ਿਆਰ ਬੱਚਾ ਹੈਗਾ। ਉਹ ਕਹਿੰਦਾ ਮੈਂ ਨਾ ਇੱਕੋ ਹੀ ਕੰਮ ਕੀਤਾ, ਹੈ ਮੁਸਲਮਾਨ ਭਰਾਵਾਂ ਦਾ, ਇੱਕੋ ਹੀ ਕੰਮ ਕੀਤਾ, ਕਹਿੰਦਾ ਇੱਕ ਤਾਂ ਰੱਬ ਤੇ ਭਰੋਸਾ ਕੀਤਾ, ਇੱਕ ਮਿਹਨਤ ਕੀਤੀ, ਬਸ। ਧੁੱਪੇ ਜਾਣਾ, ਕਹਿੰਦਾ ਮੇਰੇ ਲਈ ਮੌਤ ਸੀ, ਅੱਜ ਮੈਂ ਕੰਮ ਨਹੀਂ ਸਾਰਾ ਧੁੱਪੇ ਕਰਦਾ। ਕਹਿੰਦਾ ਹੁਣ ਚੇਤਾ ਰੱਖਿਓ, ਕਹਿੰਦਾ ਸਾਰੀਆਂ ਦਵਾਈਆਂ ਛੱਡਤੀਆਂ, ਅੱਜ ਮੇਰੀ ਰਿਪੋਰਟ ਬਿਲਕੁਲ ਨੋਰਮਲ ਆ, ਤੁਹਾਨੂੰ ਮੈਂ ਕਦੇ ਮਿਲਾ ਸਕਦਾਗਾ। ਇਹਦਾ ਮਤਲਬ ਜੇ ਡਰਦਾ ਰਹਿੰਦਾ ਨਾ ਮਰਾਂਗੇ ਮਰਾਂਗੇ, ਮਰ ਤਾਂ ਜਾਣਾ ਹੀ ਹੈ, ਕੋਈ ਗੱਲ ਨਹੀਂ। ਜੇ ਮਤਲਬ ਕਿ ਪਰਮਾਤਮਾ ਨੂੰ ਨਹੀਂ ਜ਼ਿੰਦਗੀ ਚਾਹੀਦੀ, ਉਹਨੂੰ ਭਾਵ ਸਾਡੇ ਤੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਆ, ਸ਼ਿਕਵਾ ਗਾ, ਉਹਨੇ ਖਤਮ ਕਰਨਾ ਤਾਂ ਅੰਦਰ ਬੈਠਿਆਂ ਨੂੰ ਵੀ ਕਰ ਦੋ, ਕੋਈ ਗੱਲ ਨਹੀਂ। ਪਰ ਇੱਕ ਭਰੋਸਾ, ਇੱਕ ਯਕੀਨ ਅੱਜ ਵੀ ਜਿਉਂਦਾ ਫਿਰਦਾ। ਆਸ ਆ ਵੀ ਇੰਨਾ ਕੁ ਸਿਆਣਾ ਲਾਇਕ ਬੱਚਾ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਅਫਸਰ ਬਣੂ ਕੋਈ। ਉਹ ਸਿਰਫ ਯਕੀਨ ਰੱਬ ਤੇ, ਭਰੋਸਾ, ਮਿਹਨਤ ਕੀਤੀ, ਰੱਜ ਕੇ ਮਿਹਨਤ ਕੀਤੀ ਆ। ਇੱਕ ਤਾਂ ਮਿਹਨਤ ਕਰ ਰਿਹਾ ਹੈਗਾ, ਦੂਜਾ ਭਰੋਸਾ। ਇਸ ਕਰਕੇ ਜਿਨ੍ਹਾਂ ਨੇ ਭਰੋਸਾ ਕੀਤਾ ਨਾ, ਉਹਨਾਂ ਨੂੰ ਕਿਸੇ ਵੀ ਧਾਗੇ ਤਵੀਤਾਂ ਦੀ, ਟੂਣਿਆਂ ਦੀ, ਹਥੌਲਿਆਂ ਦੀ ਹੋਰ ਕੋਈ ਲੋੜ ਨਹੀਂ ਪਈ। ਦਵਾਈ ਜ਼ਰੂਰੀ ਆ, ਦਵਾਈ ਨਾਲ ਦਵਾ ਜ਼ਰੂਰੀ ਆ। ਇੱਕ ਦਵਾਈ ਪਲੱਸ ਦਵਾ। ਟਰੈਕਟਰ ਗੱਡੀ 'ਚ ਕੋਈ ਫਾਲਟ ਪੈਂਦਾ ਨਾ, ਮਿਸਤਰੀ ਕੋਲੇ ਲਿਜਾਣਾ ਜ਼ਰੂਰੀ ਆ। ਇਹ ਨਹੀਂ ਵੀ ਘਰੇ ਫੂਕ ਮਾਰੇ ਤੋਂ ਸਰਜੂ, ਨਹੀਂ ਸਰਦਾਗਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਰੋਸਾ ਕਰ, ਯਕੀਨ ਕਰ ਰੱਬ ਤੇ। ਜਿਹੜੀ ਆਪਾਂ ਗੱਲ ਕਰਦੇ ਸੀ ਚੌਥੇ ਪਾਤਸ਼ਾਹ ਦੇ ਫਿਰ ਜੀਵਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਆ, ਭਰੋਸੇ ਦੀ ਆ। ਤੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਭਰੋਸੇ ਤੇ ਜ਼ਿੰਦਗੀ ਜਿਉਈ ਆ ਨਾ, ਉਹੀ ਦੂਜਿਆਂ ਨੂੰ ਕਹਿ ਸਕਦਾ ਭਰੋਸਾ ਕਰ ਭਾਈ। ਬਸ ਭਰੋਸੇ ਤੋਂ ਹੋਰ ਅੱਗੇ ਕੁਛ ਨਹੀਂ ਹੈ, ਯਕੀਨ ਕਰ। ਆਪਾਂ ਹੁਣੇ ਗੱਲ ਕੀਤੀ ਆ, ਏਜੰਟਾਂ ਨੂੰ ਭਰੋਸਾ ਕਰਕੇ 20-20 ਲੱਖ ਰੁਪਇਆ ਬੰਦਾ ਫੜਾਉਣ ਦਾ, ਅੰਦਰ ਵੜ ਕੇ ਕੋਈ ਲਿਖਤ ਨਹੀਂ, ਕੋਈ ਪੜ੍ਹਤ ਨਹੀਂ, ਕੋਈ ਪ੍ਰੂਫ ਨਹੀਂਗਾ। ਇੰਨਾ ਭਰੋਸਾ ਗੁਰੂ ਤੇ ਕਰਕੇ ਦੇਖ ਲਓ, ਜਿੰਨਾ ਭਰੋਸਾ ਕਿਸੇ ਧਾਗਿਆਂ, ਤਵੀਤਾਂ, ਹਥੌਲੇ ਵਾਲਿਆਂ ਤੇ ਕੀਤਾ ਨਾ, ਪਖੰਡੀਆਂ ਤੇ ਕੀਤਾ, ਸਾਧਾਂ ਤੇ ਕੀਤਾ, ਨਾਟਕੀ ਲੋਕਾਂ ਤੇ ਕੀਤਾਗਾ, ਇੰਨਾ ਭਰੋਸਾ ਇਹਦੇ ਕਰਕੇ ਦੇਖ ਲਓ।
ਜਿਵੇਂ ਉਹ ਕਹਿੰਦੇ ਅਜਮਾ ਕੇ ਵੇਖ ਲਓ ਨਾ, ਪਰਤਿਆ ਕੇ ਦੇਖ ਲਓ, ਕੀ ਇਹ ਗੱਲ ਬਣ ਜੇ। ਗੱਲ ਬਣਨ ਦੀ ਆਸ ਨਹੀਂ, ਭਾਵ 100% ਬਣੂਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਭਰੋਸਾ ਰੱਖ। ਦੇਖੋ ਮੇਰਾ ਕੋਈ ਬਚਨ ਨਹੀਂ, ਚੌਥੇ ਪਾਤਸ਼ਾਹ ਦੀ ਬਾਣੀ ਆ, ਮੇਰੇ ਮਨ ਆਸਾ ਕਰ, ਭਰੋਸਾ ਕਰ। ਕਾਹਦੀ ਕਰਨੀ ਹੈ? ਜਗਦੀਸ਼ ਗੁਸਾਈ। 2 ਵਾਰੀ ਗੁਰੂ ਦਾ ਰੱਬ ਦਾ ਨਾਮ ਲੈਤਾ ਹੈਗਾ, ਜਗਦੀਸ਼ ਰੱਬ, ਗੁਸਾਈ ਰੱਬ। ਆਸਾ ਕਰ ਜਗਦੀਸ਼ ਗੁਸਾਈ। ਫਿਰ ਅੱਗੇ ਕਹਿੰਦੇ ਨੇ ਜੋ ਬਿਨ ਹਰ ਆਸ ਅਵਰ ਕਾਹੂ ਕੀ। ਜਿਨ੍ਹਾਂ ਨੇ ਇੱਕ ਗੁਰੂ ਨੂੰ, ਇੱਕ ਰੱਬ ਨੂੰ ਛੱਡ ਕੇ ਹੋਰ ਤੇ ਆਸ ਕੀਤੀ। ਫਿਰ ਲਿਖਿਆ ਨਾ ਪਾਤਸ਼ਾਹ ਨੇ, ਕਹਿੰਦੇ ਜੋ ਬਿਨ ਹਰ ਆਸ, ਕਿਹਦੀ ਕਰਦੇ ਨੇ? ਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਕਰਦੇ ਨੇ। ਅਵਰ ਕਾਹੂ ਕੀ ਕੀਜੈ ਸਾ ਆਸ, ਉਹਨਾਂ ਦੀ ਆਸ। ਫਿਰ ਪਾਤਸ਼ਾਹ ਕਹਿੰਦੇ ਨਾ ਨਿਹਫਲ ਆਸ ਸਭ ਬਿਰਥੀ ਜਾਈ। ਕਹਿੰਦੇ ਉਹਨਾਂ ਦੀ ਗਰੰਟੀ ਸੁਦਾ ਆਸ ਨਿਫਲ ਜਾਊ। ਨਿਫਲ ਭਾਵੇ ਅਰਥ। ਮੰਨ ਲਓ ਇੱਕ ਕਿਸਾਨ ਵੀਰ ਦਾ ਤਰੀਕਾ ਹੈਗਾ ਵੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਬੀਜਦਾ ਤੇ ਉਹਦੇ ਤੇ ਭਰੋਸਾ ਕਰਦਾ ਵੀ ਗਰੰਟੀ ਆ ਫਸਲ ਹਰੀ ਹੋਊਗੀ, ਹਰੀ ਹੋਊਗੀ। ਉਹਦੇ ਮਨ 'ਚ ਆਸ ਆ, ਗਰੰਟੀ ਆ ਇਹ 60-70 ਮਣ ਦਾ ਝਾੜ ਦੇਊਗੀ, ਆਸ ਆ। ਉਹਦੀ ਆਸ ਬਿਲਕੁਲ ਸਹੀ ਆ। ਤੇ ਕੋਈ ਮੇਰੇ ਵਰਗਾ ਸੜਕ ਤੇ ਬੀਜ ਸੁੱਟੇ, ਪੱਥਰ ਤੇ ਬੀਜ ਸੁੱਟੇ ਤੇ ਮੁੜ ਕੇ ਆਸ ਰੱਖੇ ਵੀ 80 ਮਣ ਦੀ ਹੋਊਗੀ, ਪਹਿਲੀ ਗੱਲ ਤਾਂ ਹਰਾ ਹੀ ਨਹੀਂ ਹੋਣਾਗਾ। ਕਿਉਂਕਿ ਪੱਥਰ ਤੇ ਬੀਜ ਆ ਨਾ, ਸੜਕ ਤੇ ਬੀਜ ਆਗਾ, ਇੱਥੇ ਥੋੜੀ ਬੀਜ ਹਰਾ ਹੋਊ। ਬੀਜ ਤਾਂ ਧਰਤੀ ਵਿੱਚ ਬੀਜਣਾ ਪੈਣਾ। ਦਾਨੇ ਪੁਰਖ ਨੇ ਦਹੀਂ 'ਚ ਮਧਾਣੀ ਪਾਈ ਆ, ਆਸ ਆ ਮੱਖਣੀ ਆਊਗੀ, ਘਿਓ ਵੀ ਮਿਲੂਗਾ। ਜੇ ਹੁਣ ਪਾਣੀ 'ਚ ਪਾ ਲਈ ਫੇਰ ਨਹੀਂ ਆਉਣੀ। ਅੱਜ ਸਾਡੀ ਦੁਨੀਆ ਦੀ ਜਿਹੜੀ ਮਧਾਣੀ ਆ ਨਾ, ਉਹ ਪਾਣੀ 'ਚ ਆ। ਬਸ ਇੰਨਾ ਕੀ ਫਰਕ ਆਗਾ। ਚੇਤਾ ਰੱਖਿਓ, ਦਹੀਂ 'ਚ ਮਧਾਣੀ ਪਾਈ ਆ ਨਾ, ਮਿਹਨਤ ਥੋੜੀ ਕਰਨੀ ਪਊਗੀ, ਮੱਖਣੀ ਛੇਤੀ ਆ ਜੀ। ਪਾਣੀ 'ਚ ਮਧਾਣੀ ਪਾਈ ਆ ਨਾ, ਮਿਹਨਤ ਚੌਗਣੀ ਕਰਨੀ ਪਊ, ਪਰ ਕਦੇ ਮੱਖਣੀ ਨਹੀਂ ਆਉਂਦੀਗੀ। ਹੁਣ ਜਿਹੜੇ ਗੁਰੂ ਨੂੰ ਟੁੱਟੇ ਹੋਏ ਨੇ, ਮਿਹਨਤ ਤਾਂ ਉਹ ਬਾਹਲੀ ਕਰਦੇ ਨੇ, ਚੌਂਕੀਆਂ ਵੀ ਭਰਦੇ ਆ ਵਿਚਾਰੇ। ਤੇ ਸਾਨੂੰ ਗੁਰੂ ਕਹਿੰਦਾ ਰਾਤ ਨੂੰ ਟੇਕ ਕੇ ਸੌਂ ਜਾ। ਉਹਨਾਂ ਨੂੰ ਕਹਿੰਦਾ ਤੁਸੀਂ ਤੁਰੇ ਫਿਰੋ। ਮਿਹਨਤ ਤਾਂ ਚੌਗਣੀ ਹੋ ਗਈ ਨਾ। ਉਹਨਾਂ ਨੇ ਸਾਡੇ ਨੂੰ ਗੋਡੇ ਵੱਧ ਘਸਾਏ ਨੇਗੇ, ਮਿਹਨਤ ਚੌਗਣੀ ਹੋ ਗਈ। ਸਾਡੇ ਨਾਲ ਉਹਨਾਂ ਨੇ ਨਾ ਬਹੁਤ ਜ਼ਿਆਦਾ ਵੱਧ ਕੇ ਮਿਹਨਤ ਕੀਤੀ ਹੈ, ਪਰ ਫਲ ਨਹੀਂ ਮਿਲਿਆ। ਸਾਨੂੰ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਆ। ਦਿਨੇ ਕੰਮ ਕਰ, ਰਾਤ ਨੂੰ ਆਰਾਮ ਕਰ, ਸਵੇਰੇ ਤੇ ਸ਼ਾਮ ਨੂੰ 2 ਟਾਈਮ ਰੱਬ ਦਾ ਸ਼ੁਕਰ ਕਰ ਲਾ, ਤੈਨੂੰ ਗਰੰਟੀ ਆ ਫਲ ਮਿਲ ਜਾਊਗਾ। ਬਸ ਇੰਨਾ ਹੀ ਕੰਮ ਕਰਨਾਗਾ। ਨਾ ਤਾਂ ਗੁਰੂ ਐਂ ਕਹਿੰਦਾ ਬੱਚੇ ਛੱਡ ਦੇ, ਨਾ ਐਂ ਕਹਿੰਦਾ ਵੀ ਕੰਮ ਨਾ ਕਰ, ਨਾ ਐਂ ਕਹਿੰਦਾ ਵੀ ਖਾ ਪੀ ਨਾ। ਵਧੀਆ ਖਾ ਪੀ ਹੰਢਾ, ਮਿਹਨਤ ਕਰ ਥੋੜੀ ਜੀ ਨਾਲ, ਬਸ ਕਿਰਪਾ ਹੋ ਜਾਊਗੀ, ਮਾਲਕ ਦੀ ਬਖਸ਼ਿਸ਼ ਹੋ ਜੂ। ਤੇ ਨਹੀਂ ਤਾਂ ਸਾਨੂੰ ਮਿਹਨਤ ਚੌਗਣੀ ਕਰਨੀ ਪੈਂਦੀ ਹੈ, ਪਰ ਮੱਖਣੀ ਨਹੀਂ ਮਿਲਦੀ। ਲੱਖਾਂ ਰੁਪਈਆ ਰੋੜਨਾ ਪੈਂਦਾ, ਮੱਖਣੀ ਨਹੀਂ ਮਿਲਦੀਗੀ। ਦਿਨ ਰਾਤ ਭੱਜਣਾ ਪੈਂਦਾ, ਕੁਛ ਨਹੀਂ ਪੱਲੇ ਮਿਲਦਾ। ਗੁਰੂ ਦਰ ਤੇ ਥੋੜੀ ਜੀ ਮਿਹਨਤ ਨਾਲ ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਬਾਕੀ ਤੇਰਾ ਸਾਰਾ ਜੀਵਨ ਵਿਅਰਥ ਚਲਾ ਜਾਊਗਾ। ਜੇ ਮਨ ਚਿਤ ਆਸ ਰੱਖੇ ਹਰ ਉੱਪਰ। ਹੇ ਮੇਰੇ ਮਨ, ਜੇ ਤੂੰ ਆਸ ਰੱਖੇ ਹਰੀ ਤੇ ਪਰਮਾਤਮਾ ਤੇ ਉੱਪਰ, ਜੇ ਮਨ ਆਸ ਰੱਖੇ ਹਰ ਉੱਪਰ, ਤਾਂ ਮਨ ਚਿੰਦੇ। ਦੇਖੋ ਕਿੰਨੀ ਸੋਹਣੀ ਗੱਲ ਕਹੀ ਆ, ਗਰੰਟੀ ਸੁਦਾ ਗੱਲ ਕਹੀ ਆ ਇਹ। ਜਿਵੇਂ ਆਪਾਂ ਕਹਿੰਦੇ ਵੀ ਆਹ ਗੱਲ ਦੀ ਤਾਂ ਗਰੰਟੀ ਲਿਖ ਲਾ ਭਾਈ, ਪੱਕਾ ਹੀ ਹੈ, ਇਹ ਤਾਂ ਕੰਮ ਹੋਊ। ਚੌਥੇ ਪਾਤਸ਼ਾਹ ਕਹਿੰਦੇ ਜੇ ਮਨ ਆਸ ਰੱਖੇ ਹਰ ਉੱਪਰ, ਹਰੀ ਤੇ ਭਗਵਾਨ ਤੇ ਆਸ ਰੱਖੇਗਾ, ਭਰੋਸਾ ਰੱਖੇਗਾ, ਤਾਂ ਫਿਰ ਅੱਧੀ ਤੁਕ ਤੋਂ ਅੱਗੇ ਕੀ ਲਿਖਿਆਗਾ, ਤਾਂ ਮਨ ਚਿੰਦੇ। ਮਨ ਚਿੰਦੇ ਤੋਂ ਭਾਵ ਮਨ ਭਾਉਂਦੇ। ਫਿਰ 1 2 3 4 5 ਫਲਾਂ ਦੀ ਗੱਲ ਨਹੀਂ ਕੀਤੀ ਗਈ। 1 ਦੀ, 2 ਦੀ, 3 ਦੀ, 5 ਦੀ ਨਾ। ਕੀ ਲਿਖਿਆ? ਅਨੇਕ ਅਨੇਕ ਅਨੇਕ। ਅਨੇਕ ਤੋਂ ਭਾਵ 2 ਵਾਰੀ ਕਹਿਤਾ, ਅਣਗਿਣਤ ਅਣਗਿਣਤ। ਅਨੇਕ ਅਨੇਕ ਫਲ ਪਾਈ। ਕਹਿੰਦੇ ਅਣਗਿਣਤ ਫਲ ਪਾਵੇਂਗਾ। ਕਹਿੰਦੇ ਇਹ ਗੁਰੂ ਨਾਨਕ ਤੇ ਭਰੋਸਾ ਕਰਕੇ ਦੇਖ। ਹੁਣ ਤੁਸੀਂ ਸੋਚੋਗੇ
ਵੀ ਸਾਨੂੰ ਨਹੀਂ ਯਕੀਨ ਜਾਉਂਦਾ ਵੀ ਗੁਰੂ ਤੇ ਆਸ ਰੱਖ ਕੇ ਇੰਨੇ ਫਲ ਮਿਲ ਜਾਂਦੇ ਨੇ। ਦੇਖੋ ਪਹਿਲੀ ਗੱਲ ਤਾਂ ਇਹ ਆ, ਜਿਨ੍ਹਾਂ ਨੂੰ ਮਿਲੇ ਆ ਨਾ ਉਹ ਅੱਗੇ ਦੱਸਣ ਦੀ ਹਿੰਮਤ ਹੀ ਨਹੀਂ ਕਰ ਸਕੇਗੇ। ਮਿਲ ਗਏ, ਉਹਨਾਂ ਨੇ ਕਹਿਤਾ ਮਿਲ ਗਏ, ਯਕੀਨ ਕਰੋ ਤੁਸੀਂ, ਪਰ ਦੱਸਣ ਦੀ ਹਿੰਮਤ ਅੱਗੇ ਨਹੀਂ ਕੀਤੀ ਉਹਨਾਂ ਨੇ। ਕੁਦਰਤੀ ਨੇਮ ਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਹੁਣ ਗੂੰਗੇ ਨੇ ਗੁੜ ਤਾਂ ਖਾ ਲਿਆ, ਮਿੱਠਾ ਤਾਂ ਖਾ ਲਿਆ, ਉਹਨੂੰ ਸਵਾਦ ਪੁੱਛ ਕੇ ਉਹ ਤਾਂ ਨਾ ਖੁਸ਼ ਹੋਈ ਜਾਂਦਾ। ਉਹ ਕਹਿੰਦਾ ਇੰਨਾ ਸਵਾਦ, ਇੰਨਾ ਰਸ, ਤੇ ਅਸੀਂ ਪੁੱਛ ਕੇ ਵੀ ਦੱਸ ਦੇ ਤੈਨੂੰ ਕਿੰਨਾ ਕੁ ਸਵਾਦ ਲੱਗਿਆ, ਉਹ ਕਹਿੰਦਾ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ। ਹੋਵਣ ਨਜ਼ਦੀਕ ਖੁਦਾਏ ਕੈ, ਹੋਵਣ ਨਜ਼ਦੀਕ ਖੁਦਾਏ ਕੈ, ਭੇਦ ਨਾ ਕਿਸੈ ਦੇਣ। ਜਿਹੜਾ ਮਾਲਕ ਦੇ ਨੇੜੇ ਹੋ ਗਿਆ ਨਾ, ਜਿਹਨੂੰ ਅਨੇਕ ਫਲ ਮਿਲ ਗਏ, ਉਹ ਅੱਗੇ ਦੱਸਦਾ ਨਹੀਂ। ਉਹ ਤਾਂ ਇਹ ਕਹਿੰਦਾ ਜੁੜ ਜਾਓ ਤੁਸੀਂ, ਬਸ ਚੁੱਪ ਕਰਕੇ ਆ ਜਾਓ ਇੱਧਰ, ਇਹ ਕਹਿੰਦਾ ਗਾ। ਹੁਣ ਸਾਨੂੰ ਯਕੀਨ ਦੁਨਿਆਵੀ ਤਲ ਤੇ ਖੜਾਗਾ ਵੀ ਜੇ ਵੱਡੀ ਸਾਰੀ ਕੋਠੀ ਬਣੂ ਫੇਰ ਮੰਨਾਂਗੇ ਵੀ ਫਲ ਮਿਲਿਆਗਾ। ਕੋਈ ਧੀ ਪੁੱਤ ਦੂਜਾ ਕੈਨੇਡਾ ਅਮਰੀਕਾ ਜਾਊਗਾ ਨਾ ਫੇਰ ਗੱਲ ਬਣੂਗੀ, ਨਹੀਂ ਐ ਥੋੜੀ ਬਣੂਗੀ। ਨਾ, ਇਹ ਗੱਲਾਂ ਨਾਲ ਥੋੜੀ ਭਾਵ। ਗੱਲਾਂ ਕਿਹੜੀਆਂ ਨੇ? ਉਹ ਤਾਂ ਭਾਈ ਮਰਦਾਨੇ ਨੂੰ ਪੁੱਛਣੀਆਂ ਪੈਣਗੀਆਂ, ਭਾਈ ਲਾਲੋ ਨੂੰ ਪੁੱਛਣੀਆਂ ਪੈਣਗੀਆਂ ਨਾ, ਭਾਈ ਭਗੀਰਥ ਵਰਗਿਆਂ ਨੂੰ, ਮਨ ਸੁਖ ਵਰਗਿਆਂ ਨੂੰ ਪੁੱਛਣੀਆਂ ਪੈਣ, ਸੋਨੂੰ ਕੀ ਮਿਲਿਆ? ਉਹ ਕਹਿੰਦੇ ਸੀ ਦੱਸ ਨਹੀਂ ਸਕਦੇ। ਤੇ ਜੋ ਮਿਲਿਆ ਇਹੀ ਮੰਨ ਲਓ ਵੀ ਉਹਨਾਂ ਨੂੰ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਬਹਾ ਲਿਆ, ਪੱਕੇ ਤੌਰ ਤੇ ਆਪਣੀ ਗੋਦੀ 'ਚ ਬਹਾ ਲਿਆ। ਆਹ ਕੁਛ ਮਿਲ ਗਿਆ। ਉਹ ਸਿਆਣੇ ਕਹਿੰਦੇ ਹੁੰਦੇ ਨਾ, ਹਾਥੀ ਦੀ ਪੈੜ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈਗਾ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਹੁਣ ਕਿੱਡੀ ਵੱਡੀ ਬਖਸ਼ਿਸ਼ ਕਰਤੀ, ਇਹਦੇ ਪਿੱਛੇ ਰਹਿ ਕੀ ਗਿਆ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਜਿਨ੍ਹਾਂ ਨੇ ਸੇਵਾ ਕੀਤੀ, ਗੁਰੂ ਤੇ ਵਿਸ਼ਵਾਸ ਰੱਖਿਆ, ਉਹਨਾਂ ਨੂੰ ਰੱਬ ਹੀ ਮਿਲ ਗਿਆ, ਕਿਸੇ ਕੋਈ ਕੱਚ ਹੀ ਨਹੀਂ ਰਿਹਾਗਾ। ਬਸ ਹੁਣ ਮੰਨ ਲਓ ਕਿਸੇ ਦੀ ਪ੍ਰਧਾਨ ਮੰਤਰੀ ਨਾਲ, ਰਾਸ਼ਟਰਪਤੀ ਨਾਲ ਸਿੱਧੀ ਹੋਵੇ ਗਰੀਬ, ਉਹ ਕੀ ਸੋਚਦਾ ਹੁੰਦਾ? ਮੇਰੀ ਜ਼ਿੰਦਗੀ 'ਚ ਤਾਂ ਭੁੱਖਾ ਮਰਨ ਵਾਲਾ ਦਿਨ ਕਦੇ ਆਉਣਾ ਹੀ ਨਹੀਂਗਾ। ਨਾਲੇ ਉਹਦੇ ਕੋਲੇ ਕੁਛ ਨਹੀਂ, ਬਸ ਉਹਦੀ ਸਿੱਧੀ ਪ੍ਰਧਾਨ ਮੰਤਰੀ ਨਾਲ ਬਣਦੇ, ਉਹ ਕਹਿੰਦਾ ਮੈਂ ਭੁੱਖਾ ਮਰਦਾ ਹੀ ਨਹੀਂ। ਆਹ ਫਲ ਹੁੰਦੇ ਨੇਗੇ ਜਦੋਂ ਸਿੱਧੀ ਮਾਲਕ ਨਾਲ, ਪਰਮੇਸ਼ਰ ਪਰਮਾਤਮਾ ਨਾਲ ਲਿਹਾਜ਼ ਪੈ ਗਈ ਨਾ, ਜਾਣ ਪਛਾਣ ਬਣ ਗਈ, ਬੰਦੇ ਨੂੰ ਭਰੋਸਾ ਹੀ ਇੰਨਾ ਹੋ ਜਾਂਦਾ ਵੀ ਮੈਂ ਭੁੱਖਾ ਮਰਦਾ ਹੀ ਨਹੀਂਗਾ। ਇਹ ਨਹੀਂ ਹੁੰਦਾ ਵੀ ਮੇਰੇ ਲੈਣ ਲੱਗੇ ਘਰੇ, ਲੈਣ ਤਾਂ ਬਾਬੇ ਨਾਨਕ ਦੇ ਘਰੇ ਵੀ ਨਹੀਂ ਲੱਗੀ। ਜੇ ਗੱਲ ਕਰੀਏ ਨਾ ਜ਼ਮੀਨ ਦੀ, ਕਿੰਨੀ ਕੁ ਬਣਾਈ ਆ ਬਾਬੇ ਨਾਨਕ ਨੇ? ਕੇਵਲ ਕਰਤਾਰਪੁਰ ਸਾਹਿਬ ਦੀ ਜ਼ਮੀਨ ਖਰੀਦਣ ਤੋਂ ਸਿਵਾ ਹੋਰ ਕੋਈ ਜ਼ਮੀਨ ਨਹੀਂ ਖਰੀਦੀ ਗਈ। ਚੇਤਾ ਰੱਖਿਓ, ਜਾਣੀ ਕਿ ਆਪਣੀ ਪ੍ਰਾਪਰਟੀ ਲਈ, ਆਪਣੇ ਵਾਧੇ ਲਈ। ਹਾਂ, ਲੋਕ ਭਲਾਈ ਕਾਰਜਾਂ ਲਈ ਕਿਤੇ ਜਗ੍ਹਾ ਖਰੀਦ ਕੇ ਉੱਥੇ ਕੋਈ ਧਰਮਸ਼ਾਲਾ ਬਣਾਤੀ, ਉਹ ਵੱਖਰੀ ਗੱਲ ਆ, ਉਹ ਤਾਂ ਇੱਕ ਅਲੱਗ ਵਿਸ਼ਾ ਨਾ। ਪਰ ਆਪਣੇ ਲਈ ਨਹੀਂ ਵੀ 100 ਤੋਂ 101 ਕਿੱਲਾ ਕਰ ਲਗੇ, 100 ਤੋਂ 500 ਕਰ ਲਗੇ, 500 ਤੋਂ 1000 ਕਰ ਲਗੇ ਨਾ। ਇੱਕ ਕੋਠੀ ਬਣਾਈ ਹੈ ਨਾ ਨਨਕਾਣਾ ਸਾਹਿਬ ਦੇ ਵਿੱਚ ਬਾਪੂ ਨੇ, ਹੁਣ ਇਹਨੂੰ ਢਾਹ ਕੇ ਆਪਾਂ ਵੱਡੀ ਸਾਰੀ ਬਣਾ ਲਗੇ ਨਾ। ਇਹ ਕੰਮ ਤਾਂ ਮਰਦਾਨੇ ਨੇ ਵੀ ਨਹੀਂ ਕੀਤਾ, ਤੇ ਮਰਦਾਨੇ ਨਾਲੋਂ ਵੱਧ ਕੇ ਕੋਈ ਦੁਨੀਆ 'ਚ ਅਮੀਰ ਹੈ ਨਹੀਂਗਾ। ਇਹਨੂੰ ਕਹਿੰਦੇ ਨੇ ਅਨੇਕ ਫਲ ਪਾਈ। ਇੱਜ਼ਤ, ਸੋਭਾ, ਵਡਿਆਈ ਮਿਲ ਗਈ ਨਾ, ਤੇ ਗੁਰੂ ਦਾ ਪਿਆਰ ਮਿਲ ਗਿਆ, ਏਦੂ ਵੱਧ ਕੇ ਹੋਰ ਕੁਛ ਨਹੀਂ ਹੈ। ਪੰਜ ਪਿਆਰੇ ਆ ਨਾ, ਕੀ ਕੁਛ ਮਿਲ ਗਿਆ? ਰੱਬ ਹੀ ਮਿਲ ਗਿਆ। ਤੇ ਜੇ ਕੋਠੀਆਂ ਕਾਰਾਂ ਦੀ ਗੱਲ ਕਰੀਏ ਤਾਂ ਨਹੀਂ। ਸਾਡੀ ਭਾਵਨਾ ਕਿੱਥੇ ਖੜੀ ਹੈ? ਬਸ ਇਹਨੂੰ ਯਕੀਨ ਕਹਿੰਦੇ ਨੇ। ਮਾਲਕ ਦੇ ਦਰ ਘਰ ਨਾਲ ਜੁੜ ਤੂੰ ਭਾਈ, ਉਹ ਵਾਹਿਗੁਰੂ ਤੇ ਭਰੋਸਾ ਰੱਖ, ਯਕੀਨ ਰੱਖ, ਉਹਨੇ ਤੇਰੇ ਸਾਰੇ ਕੰਮ ਤਾਂ ਸਫਲ ਕਰਨੇ ਹੀ ਕਰਨੇ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਪਰ ਕਿਤੇ ਦੁਨਿਆਵੀ ਕੰਮਾਂ ਪਿੱਛੇ ਲੱਗ ਕੇ ਗੁਰੂ ਨੂੰ ਨਾ ਛੱਡਦੀ, ਗੁਰੂ ਨਾਲ ਜੁੜਿਆ ਰਹਿ, ਦੁਨਿਆਵੀ ਕੰਮ ਤਾਂ ਆਪੇ ਹੁੰਦੇ ਰਹਿਣਗੇ। ਤਾਈਓ ਪਾਤਸ਼ਾਹ ਲਿਖਿਆ, ਅਨੇਕ ਫਲ ਪਾਈ, ਹਰ ਜਾਣੈ ਸਭ ਕਿਸ ਜੀ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਕਹਿੰਦੇ ਮਿਹਨਤ ਕਰ, ਇੱਕ ਰਾਈ ਭਰਵੀ, ਮਿਹਨਤ ਦਾ ਫਲ ਕਹਿੰਦੇ ਉਹ ਬੇਅਰਥ ਨਹੀਂ ਜਾਣ ਦਿੰਦਾਗਾ। ਮੰਨ ਲਓ ਉਦਾਹਰਨ, ਇੱਕ ਬੰਦੇ ਨੇ ਸਵੇਰੇ 7-8 ਵਜੇ ਤੋਂ ਲੈ ਕੇ ਨਾ ਸ਼ਾਮ 6-7 ਵਜੇ ਤੱਕ, 8 ਵਜੇ ਤੱਕ 12 ਘੰਟੇ ਕਿਸੇ ਫੈਕਟਰੀ 'ਚ, ਕਿਸੇ ਅਦਾਰੇ 'ਚ ਹੱਡ ਤੋੜਵੀਂ ਮਿਹਨਤ ਕੀਤੀ ਆ। ਮੰਨ ਲਓ ਵੀ ਉਹਦੀ ਮਿਹਨਤ ਦਾ ਮੁੱਲ ਹੁਣ ਤੱਕ 1000 ਰੁਪਇਆ ਬਣ ਗਿਆ। ਜੇ ਤਾਂ 1000 ਉਹਨੂੰ ਮਿਲ ਗਿਆ, ਫਿਰ ਤਾਂ ਮੰਨੂਗਾ ਵੀ ਮੈਨੂੰ ਮੇਰੀ ਮਿਹਨਤ ਦਾ ਮੁੱਲ ਮਿਲ ਗਿਆ।
ਤੇ ਜੇ ਹੁਣ ਕੱਢ ਕੇ ਕੋਈ ਆਪਣੇ ਵਰਗਾ 500 ਖੜ ਜੇ, ਫਿਰ ਉਹ ਦਿਲ ਨੂੰ ਪੁੱਛ ਕੇ ਦੇਖੋ ਵੀ ਤੈਨੂੰ ਸਹੀ ਮੁੱਲ ਮਿਲ ਗਿਆ ਕਿ ਮਿਲਿਆ ਨਹੀਂ। ਉਹ ਕਹਿੰਦਾ ਮਿਲਿਆ ਨਹੀਂ। ਇਹ ਬੰਦਾ ਕੰਮ ਕਰਦਾਗਾ, ਕੰਮ ਇਹ ਕੰਮ ਬੰਦਾ ਹੀ ਕਰਦਾ ਨਾ। ਕੋਈ ਨਾ ਭਾਈ ਘੱਟ ਕਰ ਲਾ 5-7 ਰੁਪਏ, ਅਸੀਂ ਸਾਰੇ ਹੀ ਕਰਦੇ ਆ ਕੰਮ, ਸੋ ਗੁਰੂ ਕਿਰਪਾ ਕਰੇ। ਇਹ ਗੁਰੂ ਨਾਨਕ ਦਾ ਸਿਧਾਂਤ ਆ। ਪਾਤਸ਼ਾਹ ਜੀ ਕਹਿੰਦੇ ਕਦੇ ਵੀ ਕਿਸੇ ਕਿਰਤੀ ਬੰਦੇ ਨਾਲ ਨਾ ਆਹ ਵਰਤਾਓ ਨਾ ਕਰੀ, ਕਿਰਤੀ ਬੰਦੇ ਨਾਲ ਕਦੇ ਵੀ। ਤੇ ਦਸ਼ਮੇਸ਼ ਪਿਤਾ ਨੇ, ਗੁਰੂ ਨਾਨਕ ਸਾਹਿਬ ਨੇ ਕਿਰਤੀ ਆਪਣੇ ਘਰ ਵਿੱਚ ਰਹਿੰਦੇ ਰਹੇ ਨੇ, ਇਸੇ ਘਰ ਵਿੱਚ ਅੱਜ ਵੀ ਰਹਿੰਦੇ ਨੇ, ਕਦੇ ਕਿਸੇ ਨਾਲ ਇਦਾਂ ਦਾ ਵਰਤਾਓ ਨਹੀਂ ਕੀਤਾ ਹੈਗਾ, ਖੁਸ਼ ਹੋ ਕੇ। ਚਲੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇੱਕ ਰੱਬ ਆ, ਇੱਕ ਪਰਮਾਤਮਾ ਗਾ, ਜਿਹੜਾ ਜੇ 1000 ਬਣਿਆ ਨਾ, ਇੱਕ ਦੁਨਿਆਵੀ ਉਦਾਹਰਨ ਦੇ ਤਲ ਤੇ ਆਪਾਂ ਗੱਲ ਕਰਦੇ ਆ, ਤਾਂ ਉਹਨੇ 1001 ਦੇਣਾ। 1000 ਨਹੀਂ ਦਿੰਦਾ, ਨਾ 900 ਦੇਵੇ, 1000 100 ਜਾਂ 1 ਕਹਿ ਲੋ, ਇੰਨੇ ਦੇਊਗਾ। ਮਤਲਬ ਰਾਈ ਭਰ ਵੀ ਤੇਰੀ ਮਿਹਨਤ ਦਾ ਮੁੱਲ ਇਹ ਨਹੀਂ ਹੈ ਵੀ ਉਹ ਨਾ ਮੋੜੇ, ਵੀ ਰਾਈ ਮਾਤਰ ਉਹਨੇ ਆਪਣੇ ਕੋਲੇ ਤੇਰੀ ਮਿਹਨਤ ਰੱਖ ਲਈ, ਨਾ, ਸਾਰੀ ਮਿਹਨਤ ਦਾ ਮੁੱਲ ਦੇਊਗਾ ਰੱਬ। ਇਹ ਕਿਹਨੇ ਕਿਹਾਗਾ? ਭਰੋਸਾ ਕਰ, ਯਕੀਨ ਕਰ। ਚੌਥੇ ਪਾਤਸ਼ਾਹ ਨੇ ਕਿਹਾਗਾ, ਚੌਥੇ ਪਾਤਸ਼ਾਹ ਕਹਿੰਦੇ ਮਿਹਨਤ ਕਰ ਬਸ। ਸੇਵਾ ਕਰਤ ਹੋਏ ਨਹੀਂ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਦੁਬਾਰੇ ਫਿਰ ਪੰਕਤੀ ਪੜ੍ਹ ਲਓ। ਪਾਤਸ਼ਾਹ ਕਹਿੰਦੇ ਹਰ ਜਾਣੈ ਸਭ ਕਿਸ ਜੀ ਵਰਤੈ। ਜਿਹੜਾ ਤੇਰੇ ਅੰਦਰ ਚੱਲਦਾ ਨਾ, ਉਹ ਰੱਬ ਗੁਰੂ ਜਾਣਦਾ ਹੈ। ਫਿਰ ਅੱਗੇ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਘਾਲਿਆ ਤੋਂ ਭਾਵ ਮਿਹਨਤ। ਕਹਿੰਦੇ ਕਿਸੇ ਦੀ ਕੀਤੀ ਹੋਈ ਮਿਹਨਤ ਇੱਕ ਤਿਲ ਜਿੰਨੀ ਵੀ ਰੱਬ ਕਹਿੰਦੇ ਰੱਖਦਾ ਨਹੀਂ ਹੈ, ਸਾਰੀ ਦੀ ਸਾਰੀ ਬੰਦੇ ਨੂੰ ਦੇ ਦਿੰਦਾਗਾ। ਇਹ ਹੁਣ ਗੱਲ ਕਿੱਥੇ ਖੜੀ ਆ? ਭਰੋਸੇ ਤੇ ਖੜੀ ਆ। ਅਸੀਂ ਤਾਂ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਬ ਨੂੰ ਲਾਂਭੇ ਦਿੰਨੇ ਆ, ਹੋਰ ਸਾਡੇ ਕੋਲੇ ਕੁਛ ਨਹੀਂ। ਮੈਨੂੰ ਆ ਵੀ ਨਹੀਂ ਦਿੱਤਾ, ਮੈਨੂੰ ਆ ਵੀ ਨਹੀਂ ਦਿੱਤਾ, ਮੈਨੂੰ ਆ ਵੀ ਨਹੀਂ ਦਿੱਤਾ, ਮੈਨੂੰ ਆ ਵੀ ਨਹੀਂ ਦਿੱਤਾ। ਚਲੋ ਆਪਣਾ ਵਿਸ਼ਾ ਆਪਣੇ ਨਾਲ ਸੰਬੰਧਤ ਆ, ਪਰ ਆਪਾਂ ਇਹੀ ਬੇਨਤੀ ਕਰ ਸਕਦੇ ਹਾਂ, ਲਾਂਭਾ ਨਾ ਦਿਓ। ਕੋਈ ਗੱਲ ਨਹੀਂ, ਅੱਜ ਨਹੀਂ ਕੁਛ ਮਿਲਿਆ ਕੱਲ ਨੂੰ ਮਿਲ ਜੂ, ਕੱਲ ਨੂੰ ਨਹੀਂ ਮਿਲਿਆ ਪਰਸੋਂ ਮਿਲ ਜੂ, ਮਿਲ ਜ਼ਰੂਰ ਜਾਊਗਾ। ਥੋੜਾ ਬਹੁਤਾ ਲੇਟ ਹੋ ਸਕਦੇ ਆ, ਪਰ ਆਸ ਰੱਖੋ ਮਾਲਕ ਤੇ, ਭਰੋਸਾ ਰੱਖੋ, ਯਕੀਨ। ਠੀਕ ਹੈ ਨਾ? ਆਪਣੀ ਆਮ ਹੀ ਗੱਲ, ਰੱਬ ਦੇ ਘਰੇ ਨੇਰ ਨਹੀਂ, ਥੋੜੀ ਬਹੁਤੀ ਦੇਰ ਹੋ ਸਕਦੀ ਆ। ਉਹ ਹਰ ਇੱਕ ਦਾ ਆਪ ਹਿਸਾਬ ਕਿਤਾਬ ਕਰਦਾ ਹੈਗਾ। ਇੱਥੇ ਚੌਥੇ ਪਾਤਸ਼ਾਹ ਨੇ ਇਹੀ ਗੱਲ ਕੀਤੀ। ਹੁਣ ਨੰਬਰ 2 ਤੇ ਹੁਣ ਆਪਾਂ ਇਤਿਹਾਸ ਵਿੱਚੋਂ ਨਿਗਾਹ ਮਾਰ ਲਓ। ਜਿਹਨੇ ਇਹ ਗੱਲ ਕਹੀ ਆ ਵੀ ਉਹ ਤਿਲ ਮਾਤਰ ਵੀ, ਤਿਲ ਕੀ ਕੁਛ ਵੀ ਨਹੀਂ ਹੁੰਦਾ, ਤਿਲ ਮਾਤਰ ਵੀ ਕਿਸੇ ਦਾ ਹੱਕ ਨਹੀਂ ਖਾਂਦਾ ਰੱਬ, ਤੇ ਨਾ ਗੁਰੂ ਕਿਸੇ ਤਿਲ ਮਾਤਰ ਹੱਕ ਖਾਵੇ। ਤੇ ਗੁਰੂ ਸਾਹਿਬ ਨੇ ਤਾਂ ਬਾਣੀ 'ਚ ਲਿਖਿਆ ਨਾ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਖਾਣਾ ਮੁਰਦਾਰ ਖਾਣ ਦੇ ਬਰੋਬਰ ਆ। ਹੁਣ ਮੇਰੇ ਅੱਗਾ ਮੁਰਦਾਰ ਤੋਂ ਤਾਂ ਮੂੰਹ ਬੰਨ ਕੇ ਲੰਘਦਾਗਾ, ਤੇ ਕਿਸੇ ਦਾ ਹੱਕ ਖਾਣ ਲੱਗਿਆ ਗੁਰੇਜ ਨਹੀਂ ਕਰਦਾ। ਪਤਾ ਨਾ ਆਪਾਂ ਨੂੰ ਸਾਰਿਆਂ ਨੂੰ, ਆ 2 ਰੁਪਏ ਕਿਲੋ ਵਾਲੀ ਕਣਕ ਆ, ਦੱਬੀ ਤੁਰੇ ਜਾਂਦੇ ਆ। ਕਿਹੜਾ ਦੇਖਦਾ ਵੀ ਕਿਸੇ ਗਰੀਬ ਦੀ ਆ, ਮੇਰੀ ਥੋੜੀ ਆ ਇਹ। ਕਿੱਲੇ 10 ਨੇ, ਟਰਾਲੀ ਲਾਈ ਮੈਂ ਵੀ ਖੜਾ ਬਰੋਬਰ। ਇਹ ਕਿਸੇ ਦਾ ਹੱਕ ਖਾ ਰਹੇ ਆ। ਇਹ ਨਾ ਮੰਨੋ ਵੀ ਸਰਕਾਰੀ ਖਜ਼ਾਨੇ ਚੋਂ, ਇਹ ਮੰਨੋ ਇਹ ਕਿਸੇ ਵਾਸਤੇ ਸੀ। ਜਿਹੜਾ ਘਰੋਂ ਨਕੰਮਾ ਸੀ ਨਾ, ਉਹਦੇ ਵਾਸਤੇ ਸੀ ਇਹ। ਜਿਹੜਾ ਘਰੋਂ ਵਿਚਾਰਾ ਲੈ ਨਹੀਂ ਸਕਦਾ, ਉਹਦੇ ਵਾਸਤੇ ਆ। ਮੈਨੂੰ ਤਾਂ ਰੱਬ ਨੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਹੱਕ ਖਾਣਾ ਭਾਈ। ਪੈਨਸ਼ਨਾਂ ਖਾਈ ਜੋ ਮਰਜ਼ੀ ਦੇਖ ਲਓ, ਬਸ ਸਭ ਪਾਸੇ ਬੁਰਾ ਹਾਲ ਹੈਗਾ। ਮਾਲਕ ਭਲਾ ਕਰੇ। ਭਾਵੇਂ ਧਾਰਮਿਕ ਅਦਾਰੇ, ਗੁਰੂ ਘਰਾਂ ਵੱਲ ਵੇਖ ਲਓ, ਮੰਦਰਾਂ ਵੱਲ ਵੇਖ ਲਓ, ਮਸੀਤਾਂ ਵੱਲ ਵੇਖ ਲਓ, ਜਿੱਧਰ ਮਰਜ਼ੀ ਵੇਖ ਲਓ, ਪਰ ਬਾਬੇ ਨਾਨਕ ਦੀ ਇਸ ਗੱਲ ਤੇ ਤਾਂ ਪਹਿਰਾ ਦਿੱਤਾ ਨਹੀਂ। ਉਹ ਅਸੀਂ ਕਹੀ ਜਾਂਦੇ ਜੀ ਅਸੀਂ ਤਾਂ ਅੰਡਾ ਮੀਟ ਖਾਂਦੇ ਨਹੀਂ, ਨਾ ਖਾ, ਸਾਨੂੰ ਕੀ। ਹੁਣ ਉਦੋਂ ਤਾਂ ਸੂਗ ਮੰਨੀ ਜਾਂਦਾ, ਹੱਕ ਖਾਣ ਲੱਗਿਆ ਮਿੰਟੋ ਮਿੰਟ, ਦਾਜ ਲੈਣ ਲੱਗਿਆ। ਕਹਿੰਦਾ ਹੁਣ ਤਾਂ ਸਾਡੇ ਘਰੇ ਸਭ ਕੁਝ ਦਿੱਤਾ ਰੱਬ ਨੇ, ਪਰ ਕਹਿੰਦਾ ਫਿਰ ਦੇਖਣ ਦਾ ਪੈਣਾ ਹੀ ਹੈ ਨਾ, ਇੰਨੇ ਕੁ ਕਿੱਲੇ ਬਾਹਣ, ਉਸ ਹਿਸਾਬ ਨਾਲ ਜਿਹੜਾ ਹਿਸਾਬ ਕਿਤਾਬ ਚੱਲਦਾ ਦੇ ਦਿਓ। ਇਹਦਾ ਮਤਲਬ ਕਿਸੇ ਧੀ ਵਾਲੇ ਪਰਿਵਾਰ ਤੋਂ ਵੀ ਟੇਢੇ ਢੰਗ ਨਾਲ ਬੰਦਾ ਹੱਕ ਖਾ ਰਿਹਾ ਹੈ, ਕਿਸੇ ਤਰੀਕੇ ਨਾਲ। ਪਰ ਕਦੇ ਦੂਜੇ ਪਾਤਸ਼ਾਹ, ਤੀਜੇ, ਚੌਥੇ, ਪੰਜਵੇਂ, ਜਿਹੜੇ ਸਾਰੇ ਗੁਰੂ ਗ੍ਰਸਤੀ ਹੋਏ ਨੇ, ਇਹਨਾਂ ਦੇ ਜੀਵਨ ਵੱਲ ਨਿਗਾਹ ਮਾਰ ਲਓ। 6ਵੇਂ ਪਾਤਸ਼ਾਹ ਜਿਹਦੇ ਘਰੇ ਬੈਠਿਆ ਨਾ, ਇਹ ਇਸ ਪਾਤਸ਼ਾਹ ਨੂੰ ਕੀ ਕਿਹਾ ਸੀਗਾ? ਗੁਰੂ ਪਾਤਸ਼ਾਹ ਜੀ ਦੇ ਕੁੜਮ ਨੇ ਕਹਿੰਦੇ ਪਾਤਸ਼ਾਹ ਮੈਂ ਆਪਣੀ ਕੱਲੀ ਘਰ ਦੇ ਵਿੱਚ ਨਾ ਬਸ
ਮਜਬੂਰੀ ਬਸ ਥੋੜੀ ਜੀ ਕਿਰਿਆ ਕਰਮ ਤੈਨੂੰ ਸੰਭਾਲ ਸਕਦਾ, ਮੈਂ ਬਾਕੀ ਕੁਝ ਵੀ ਨਹੀਂ ਕਰ ਸਕਦਾ, ਮੇਰੇ ਪੱਲੇ ਕੁਝ ਨਹੀਂ ਹੈ। ਤੇ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ, ਅਸੀਂ ਕਿਹੜਾ ਕੋਈ ਮੰਗ ਮੰਗੀ ਆ ਭਾਈ, ਅਸੀਂ ਮੰਗੇ ਹੀ ਕੁਛ ਨਹੀਂਗਾ। ਚਾਹੇ ਚੌਥੇ ਤੀਜੇ ਪਾਤਸ਼ਾਹ ਵੱਲ ਵੇਖ ਲਓ, ਛੇਵੇਂ ਪਾਤਸ਼ਾਹ, ਜਿਹਦੇ ਮਰਜ਼ੀ ਵੱਲ ਵੇਖ ਲਓ। ਚਲੋ ਸ਼ੁਕਰ ਕਰੋ ਮਾਲਕ ਦਾ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇੱਥੇ ਸਮਝਾਇਆ। ਦਾਤਾ ਜੀ ਕਹਿੰਦੇ ਭਾਈ ਉਹ ਗੁਰੂ ਕਦੇ ਕਿਸੇ ਦਾ ਹੱਕ ਨਹੀਂ ਰੱਖਦਾਗਾ। ਫਿਰ ਚੌਥੇ ਪਾਤਸ਼ਾਹ ਨੇ ਸਾਨੂੰ ਇਹ ਬੇਨਤੀ ਕੀਤੀ ਸੀ। ਚੌਥੇ ਪਾਤਸ਼ਾਹ ਦੇ ਜੀਵਨ ਵੱਲੋਂ ਦੇਖਦੇ ਆ ਨਾ, ਉਹਨਾਂ ਨੇ ਫਿਰ ਬਿਨਾਂ ਕਿਸੇ ਲਾਲਚ ਤੋਂ ਸੇਵਾ ਕੀਤੀ ਸੀਗੀ। ਜੇ ਬਿਨਾਂ ਲਾਲਚ ਤੋਂ ਸੇਵਾ ਕੀਤੀ ਸੀ ਨਾ, ਤੇ ਫਿਰ ਰੱਬ ਨੇ ਲੁਕੋਇਆ ਵੀ ਕੁਛ ਨਹੀਂ, ਕੁਛ ਵੀ ਨਹੀਂ ਲੁਕੋਇਆਗਾ। ਜਿਹਦੇ ਘਰੇ ਰੋਟੀ ਵੀ ਨਹੀਂ ਸੀ ਬਣਦੀਗੀ, ਜਿਹਦੇ ਘਰੇ ਨਾ ਪਾਉਣ ਨੂੰ ਕੱਪੜੇ ਵੀ ਨਹੀਂ ਸੀ ਹੁੰਦੇਗੇ, ਪਾਟੇ ਹੁੰਦੇ ਸੀ, ਤਾਕੀਆਂ ਵਾਲੇ ਹੁੰਦੇ ਸੀਗੇ ਨਾ। ਚਲੋ ਤੁਸੀਂ ਸਾਰੇ ਚੌਥੇ ਪਾਤਸ਼ਾਹ ਦਾ ਜੀਵਨ, ਤਾਈਓ ਉਹਨਾਂ ਨੇ ਕਿਹਾ ਵੀ ਇੰਨਾ ਭਰੋਸਾ ਕਰ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਸਭ ਮੈਂ ਸੁਆਮੀ ਰਹਿਆ ਸਮਾਈ। ਕਹਿੰਦੇ ਉਸੇ ਤੇ ਭਰੋਸਾ, ਯਕੀਨ, ਆਸ ਕਰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆਗਾ। ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲੱਗ ਜਨਮ ਗਵਾਈ। ਕਹਿੰਦੇ ਜੇ ਤੂੰ ਗੁਰੂ ਨੂੰ ਛੱਡ ਕੇ ਨਾ ਮਾਇਆ ਦੇ ਚੱਕਰ 'ਚ ਫਸ ਕੇ ਝੂਠ ਤੇ ਭਰੋਸਾ ਕਰੇਗਾ। ਇੱਥੇ ਮਾਇਆ ਦਾ ਅਰਥ ਨਾ ਰੁਪਈਏ ਨਹੀਂ, ਹਨ ਤਾਂ ਰੁਪਈਏ ਵੀ ਮਾਇਆ ਬਣ ਗਈ, ਪਰ ਮਤਲਬ ਕਿ ਇੱਥੇ ਗੱਲ ਕੀਤੀ ਹੈ ਝੂਠ ਤੇ ਜੇ ਭਰੋਸਾ ਕਰੇਗਾ। ਪਾਤਸ਼ਾਹ ਜੀ ਕਹਿੰਦੇ ਜੇ ਮਾਇਆ ਤੇ ਭਰੋਸਾ ਕਰੇਗਾ ਨਾ, ਝੂਠ ਤੇ ਭਰੋਸਾ ਕਰੇਗਾ, ਕਹਿੰਦੇ ਪੱਲੇ ਕੁਛ ਵੀ ਨਹੀਂ ਪੈਣਾਗਾ। ਫਿਰ ਆਪਾਂ ਦੁਬਾਰਾ ਪੜ੍ਹ ਸਕਦੇ ਹਾਂ ਪਾਤਸ਼ਾਹ, ਜੋ ਦਿਸੈ ਮਾਇਆ, ਜੋ ਵੀ ਤੂੰ ਦੇਖ ਰਿਹਾ ਝੂਠ, ਜੇ ਝੂਠ ਤੇ ਭਰੋਸਾ ਕਰੇਗਾ, ਯਕੀਨ ਕਰੇਗਾ, ਫਿਰ ਪਾਤਸ਼ਾਹ ਕਹਿੰਦੇ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲੱਗ ਜਨਮ ਗਵਾਈ। ਕਹਿੰਦੇ ਜਨਮ ਗਵਾ ਲੇਗਾ, ਭਾਵ ਵਿਅਰਥ ਤੇਰਾ ਜਨਮ ਚਲਾ ਜਾਊਗਾ। ਫਿਰ ਪਾਤਸ਼ਾਹ ਕਹਿੰਦੇ ਨੇ ਇਨਕੈ ਕਿਛ ਹਾਥ ਨਹੀਂ ਕਹਾਂ ਕਰੇ ਇਹ ਬੱਪੜੇ, ਇਨਕਾ ਬਾਹਿਆ ਢਾਹਿਆ ਕਛ ਨਾ ਜਾਈ। ਕਹਿੰਦੇ ਫਿਰ ਇਹ ਮਾਇਆ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ, ਜਾਣੀ ਕਿ ਝੂਠ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ। ਜਿਹੜੀ ਜਿੱਤ ਆ ਨਾ ਉਹ ਸੱਚਾਈ ਦੀ ਕੋਈ ਹੋਣੀ ਆ, ਥੋੜਾ ਜਿਹਾ ਟਾਈਮ ਲੱਗ ਸਕਦਾ ਪਰ ਜਿੱਤੂਗਾ ਸੱਚ। ਕਦੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਹੋਰਾਂ ਨੇ ਵੀ ਕਿਹਾ ਸੀ ਨਾ ਵੀ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਹੁਣ ਕੋਸ਼ਿਸ਼ ਤਾਂ ਇਹ ਸੀ ਨਾ ਇਹਨਾਂ ਨੂੰ ਮਾਰ ਦੋ, ਇਹਨਾਂ ਨੂੰ ਖਤਮ ਕਰ ਦੋ, ਕੋਈ ਹੋਰ ਨਾ ਪੈਦਾ ਹੋਵੇ। ਇਹੀ ਗੱਲ ਕਹੀ ਸੀ ਨਾ ਨੌਵੇਂ ਪਾਤਸ਼ਾਹ ਦੇ ਪ੍ਰਥਾ ਹੈ ਵੀ ਕੋਈ ਹੋਰ ਨਾ ਪੈਦਾ ਹੋਵੇ, ਚਾਂਦਨੀ ਚੌਂਕ 'ਚ ਇਹਨਾਂ ਨੂੰ ਵੱਢ ਦੋ। ਉਹਨਾਂ ਦੀ ਬੋਲੀ ਤਾਂ ਇਹੀ ਆ। ਪੰਜਵੇਂ ਪਾਤਸ਼ਾਹ ਨੂੰ ਵੀ ਇਹੀ ਗੱਲ ਕਹੀ ਸੀ, ਇਹਨਾਂ ਨੂੰ ਖਤਮ ਕਰ ਦੋ। ਉਹ ਸਜ਼ਾ ਦਿਓ ਜਿਹੜੀ ਸਜ਼ਾ ਵੇਖਣੀ ਤਾਂ ਦੂਰ ਦੀ ਗੱਲ ਆ, ਬੰਦਾ ਸੁਣ ਕੇ ਕੰਬ ਜੇ। ਝੂਠ ਨੇ ਸੱਚ ਤੇ ਇੰਨਾ ਧੱਕਾ ਕੀਤਾਗਾ, ਪਰ ਤੁਸੀਂ ਜਿੱਤ ਦੇਖ ਲਓ ਵੀ ਸੱਚ ਦੀ ਹੋਈ ਆ ਕਿ ਝੂਠ ਦੀ ਹੋਈ ਆ, ਇਹ ਆਪਾਂ ਵੇਖ ਸਕਦੇ ਹਾਂ। ਸੱਚ ਦੀ ਜਿੱਤ ਹੋਈ ਹੈ। ਪਾਤਸ਼ਾਹ ਇੱਥੇ ਕਹਿੰਦੇ ਨੇ ਇਹ ਸੱਚ ਹੀ ਜਿੱਤੇਗਾ, ਪਰ ਝੂਠ ਨਹੀਂ ਕਦੇ ਜਿੱਤਦਾ। ਝੂਠ ਤੇ ਭਰੋਸਾ ਤੇਰਾ ਜਿਹੜਾ ਇਹਨੂੰ ਇਹ ਕਹਿ ਸਕਦੇ ਆ ਵੀ ਤੂੰ ਬਰੂਦ ਤੇ ਭਰੋਸਾ ਕੀਤਾ ਹੋਇਆਗਾ। ਬਰੂਦ ਸਮਝਦੇ ਨਾ, ਬਰੂਦ ਤੇ ਭਰੋਸਾ ਗਾ ਭਾਈ, ਝੂਠ ਤੇ ਭਰੋਸਾ। ਅੱਜ ਸਾਡੇ ਸਮਾਜ ਦਾ ਜ਼ਿਆਦਾਤਰ ਝੂਠ ਤੇ ਹੀ ਭਰੋਸਾ ਗਾ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ ਜੇ ਕਿਛ ਆਸ ਅਬਰ ਕਰਹਿ ਪਰ ਮਿਰਤੀ ਮਤ ਤੂੰ ਜਾਣੈ ਤੇਰਾ ਕਿਤੈ ਕੰਮ ਨਾ ਆਈ। ਪਰ ਮਿਰਤੀ ਤੋਂ ਭਾਵ ਕੀ ਹੈ? ਪਾਤਸ਼ਾਹ ਜੀ ਕਹਿੰਦੇ ਨਾ ਇਹ ਤੇਰੀ ਜ਼ਿੰਦਗੀ 'ਚ ਕਦੇ ਕੰਮ ਨਹੀਂ ਆਉਗੀ। ਇਹ ਬੱਪੜੀ ਕਿਸੇ ਕੰਮ, ਵਿਚਾਰੀ ਕਿਸੇ ਕੰਮ ਨਹੀਂ ਆਉਣੀਗੀ, ਜਿੰਨਾ ਮਰਜ਼ੀ ਤੇ ਯਕੀਨ ਕਰ ਲੈ। ਫਿਰ ਪਾਤਸ਼ਾਹ ਕਹਿੰਦੇ ਨੇਗੇ ਮੇਰੇ ਮਨ ਆਸ ਕਰ ਹਰ ਪ੍ਰੀਤਮ ਸਾਚੇ ਕੀ, ਇੱਕ ਸੱਚੇ ਤੇ ਹੀ ਆਸ ਕਰ। ਤੇਰਾ ਘਰ ਲਿਆ ਜੋ ਤੂੰ ਕਰੇਗਾ, ਜੋ ਤੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰੇਗਾ ਉਹਦਾ ਫਲ ਜ਼ਰੂਰ ਮਿਲੇਗਾ। ਫਿਰ ਮਾਲਕ ਜੀ ਕਹਿੰਦੇ ਨੇ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ। हे ਵਾਹਿਗੁਰੂ ਜੀ, ਮੈਂ ਵੀ ਕੋਈ ਆਪਣੀ ਪਾਇਆ ਨਹੀਂ ਰੱਖਦਾ, ਕਿਉਂਕਿ ਮੇਰਾ ਜੀਵਨ ਝੂਠ ਨਾਲ ਜੁੜਿਆ ਹੋਇਆਗਾ। ਤੇ ਜੇ ਤੂੰ ਆਪ ਕਿਰਪਾ ਕਰੇ ਨਾ ਤੇ ਆਪ ਹੀ ਮੈਨੂੰ ਸਬਕ ਸਿਖਾ ਸਕਦਾ, ਆਪ ਹੀ। ਕਦੇ ਦੂਜੇ ਪਾਤਸ਼ਾਹ ਨੇ ਵੀ ਗੱਲ ਕਹੀ ਤੂੰ ਆਪ ਹੀ ਕਿਰਪਾ ਕਰ। ਜੀ ਤਾਂ ਮੇਰਾ ਕਰਦਾ ਮੈਂ ਤੇਰੇ ਘਰੇ ਆਵਾਂ, ਸੇਵਾ ਕਰਾਂ, ਮੈਂ ਬਾਣੀ ਪੜਾਂ, ਬਾਣੀ ਸੁਣਾ। ਪਹਿਲਾ ਪੁਆਇੰਟ ਤਾਂ ਇਹੀ ਹੈ ਨਾ, ਜੀ ਮੇਰਾ ਕਰਦਾ। ਪਰ ਦੂਜੀ ਗੱਲ ਕੀ ਕਹੀ ਆ, ਜੇ ਤੂੰ ਆਪ ਕਿਰਪਾ ਕਰੇ।
ਤੇ ਆਪ ਕਿਰਪਾ ਕਰਨ ਤੋਂ ਭਾਵ ਵੀ ਤੂੰ ਕੋਈ ਵਿਧ ਬਣਾ, ਐਵੇਂ ਤਾਂ ਆਇਆ ਵੀ ਨਹੀਂ ਜਾਂਦਾ ਨਾ, ਕੋਈ ਨਾ ਕੋਈ ਵਿਧ ਬਣਾ। ਜਿਵੇਂ ਆਪਾਂ ਵੀ ਕੋਈ ਨਾ ਕੋਈ ਵਿਧ ਬਣਾਉਣੇ ਨਾ, ਵੀ ਕਿਵੇਂ ਆਪਾਂ ਸੰਗਤ ਨੂੰ ਇਕੱਤਰ ਕਰੀਏ, ਇਕੱਠਾ ਕਰੀਏ ਗੁਰੂ ਦੇ ਸ਼ਬਦ ਦਾ। ਆਪਾਂ ਇੰਜੈਕਸ਼ਨ ਤਾਂ ਲਾਉਣਾ, ਟੀਕਾ ਤਾਂ ਲਾਉਣਾਗਾ, ਪਰ ਇਕੱਠੇ ਕਿਵੇਂ ਕਰੀਏ? ਤੇ ਫਿਰ ਉਦੋਂ ਵਿਧ ਕੋਈ ਨਾ ਕੋਈ ਬਣਾਈ ਜਾਂਦੀ ਆ। ਚਲੋ ਉਹ ਵਿਧਾਂ ਤਰੀਕੇ ਤੁਸੀਂ ਸਾਰੇ ਜਾਣਦੇ ਹੋ ਵੀ ਕਿਹੜੀ ਵਿਧ ਕਿੱਥੇ ਕੰਮ ਆਉਂਦੀ ਆ, ਉਹ ਬੰਦੇ ਦੇ ਦਿਮਾਗ ਤੇ ਆ। ਜਿਵੇਂ ਦੂਜੇ ਪਾਤਸ਼ਾਹ ਨੇ ਵਿਧ ਕੀ ਬਣਾਈ ਸੀ, ਮੱਲ ਅਖਾੜਾ ਸ਼ੁਰੂ ਕਰਤਾ। ਜਿਵੇਂ ਅੱਜ ਵਿਧ ਕੀ ਬਣਾਉਣੀ ਹੈ, ਨੌਜਵਾਨਾਂ ਨੂੰ ਇਕੱਠੇ ਕਰਨਾ, ਗੁਰੂ ਘਰ ਦੇ ਵਿੱਚ ਜਿਮ ਲੱਗੀ ਹੋਵੇ। ਚਲੋ ਮਾਫ ਕਰਨਾ, ਮੈਂ ਇਸ ਵਿਸ਼ੇ ਨਾਲ ਸੰਬੰਧਿਤ ਨਹੀਂ ਗਾ, ਬਹੁਤ ਵੱਡਾ ਪ੍ਰੋਜੈਕਟ ਆ, ਪਰ ਜੇ ਲੱਗ ਜੇ, ਇੱਥੇ ਜੇ ਲਫ਼ਜ਼ ਵਿਚਾਲੇ ਪਾਇਆ, ਪਰ ਜੇ ਲੱਗ ਜੇ ਤਾਂ ਕੀ ਕਿਹਾ ਜਾਊ? ਪੈਸਾ ਕੋਈ ਨਹੀਂ, ਬਸ ਆਪਣੇ ਜੀਵਨ ਦੇ ਵਿੱਚ ਨਸ਼ੇ ਤਿਆਗੋ। ਨਸ਼ੇ ਨਾ ਕਰਨ ਵਾਲਾ ਵੀਰ ਆ, ਉਹ ਇੱਥੇ ਆ ਕੇ ਜਿਮ ਲਾ ਸਕਦਾ ਗਾ। ਕੋਈ ਕਿਸੇ ਵੀ ਤਰ੍ਹਾਂ ਦਾ ਤਰੀਕਾ ਲੱਭ ਲਓ, ਤਾਂ ਬੜੇ ਆਈਡੀਏ ਹੁੰਦੇ ਨੇ। ਤਾਂ ਇੱਕ ਆਪਾਂ ਇਸ਼ਾਰਾ ਕੀਤਾਗਾ, ਇਵੇਂ ਜਿਵੇਂ ਦੂਜੇ ਪਾਤਸ਼ਾਹ ਨੇ ਕੀਤਾ ਸੀਗਾ, ਮਤਲਬ ਕਿ ਵਿਧ ਬਣਾ ਲਈ, ਮੱਲ ਅਖਾੜਾ ਸ਼ੁਰੂ ਕਰਤਾ। ਤੇ ਕੋਈ ਉੱਥੇ ਗਰੀਬ ਦਾ ਪੁੱਤ ਵੀ ਆ ਰਿਹਾ, ਤੇ ਅਮੀਰ ਦਾ ਪੁੱਤ ਵੀ ਆ ਰਿਹਾ ਗਾ, ਆਮ ਮੱਧ ਵਰਗ ਦਾ ਵੀ ਆ ਰਿਹਾ, ਤਿੰਨਾਂ ਨੂੰ ਇਕੱਠਿਆਂ ਨੂੰ ਘੁਲਾਤਾ। ਇੱਕ ਤਾਂ ਜਾਤੀਵਾਦ ਦਾ ਵਿਤਕਰਾ ਖਤਮ ਹੋ ਗਿਆ। ਪਹਿਲਾਂ ਤਾਂ ਐਸੀ ਛੂਹ ਨਾ ਜਾਵੇ, ਟੱਚ ਨਾ ਹੋ ਜੇ, ਗੁਰੂ ਸਾਹਿਬ ਨੇ ਜੱਫੀਆਂ ਪਵਾਤੀਆਂ। ਤਰੀਕਾ ਦੇਖੋ ਨਾ। ਚਲੋ ਇਹੀ ਤਰੀਕਾ ਕਹਿੰਦੇ ਦੂਜੇ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਤੋਂ ਮੰਗਿਆ ਸੀਗਾ। ਕਹਿੰਦਾ ਕੋਈ ਵਿਧ, ਫਿਰ ਵਿਧ ਸੀਹੇ ਉੱਪਲ ਤੇ ਭਾਈ ਜੋਧ ਰਾਹੀਂ ਬਣੀ ਸੀਗੀ, ਉਹ ਤੁਹਾਨੂੰ ਪਤਾ। ਕੋਈ ਵਿਧ ਇੱਥੇ ਵੀ ਚੌਥੇ ਪਾਤਸ਼ਾਹ ਕਹਿੰਦੇ ਕੋਈ ਵਿਧ ਬਣਾ ਦੇ, ਤੇ ਫਿਰ ਚੌਥੇ ਪਾਤਸ਼ਾਹ ਦੇ ਘਰੇ ਵਿਧ ਕਿਹੜੀ, ਤੀਜੇ ਪਾਤਸ਼ਾਹ ਦੇ ਘਰੇ ਵਿਧ ਕਿਹੜੀ ਬਣੀ ਆ? ਬੀਬੀ ਅਮਰੋ। ਚੌਥੇ ਪਾਤਸ਼ਾਹ ਦੇ ਘਰੇ ਵਿਧ ਕਿਹੜੀ ਆ? ਮਾਫ ਕਰਨਾ, ਮਾਪੇ ਚੜਾਈ ਕਰਕੇ। ਸ਼ਾਇਦ ਜੇ ਆਪਾਂ ਥੋੜਾ ਜਿਹਾ ਸੋਚੀਏ ਨਾ, ਜੇ ਮਾਂ ਪਿਓ ਨਾ ਚੜਾਈ ਕਰਦੇ, ਸ਼ਾਇਦ ਚੌਥੇ ਪਾਤਸ਼ਾਹ ਨੂੰ ਏਡੀ ਵੱਡੀ ਬਖਸ਼ਿਸ਼ ਨਹੀਂ ਸੀ ਮਿਲਣੀ। ਸ਼ਾਇਦ, ਆਪਾਂ ਸ਼ਾਇਦ ਕਹਿ ਰਹੇ ਹਾਂ ਇੱਥੇ, ਮਤਲਬ ਕਿ ਵੀ ਜੇ ਮਾਪੇ ਨਾ ਚੜਾਈ, ਜੇ ਮਾਪੇ ਚੜਾਈ ਕਰਕੇ ਤਾਂ ਵਿਧ ਬਣ ਗਈ। ਨਾਨੀ ਵਸਰ ਕੇ ਲਿਆਈ, ਵਸਰ ਕਿਆ ਤੋਂ ਤੀਜੇ ਪਾਤਸ਼ਾਹ ਦਾ ਮਿਲਾਪ ਹੋਇਆ। ਤੀਜੇ ਪਾਤਸ਼ਾਹ ਆਪਾਂ ਨੂੰ ਪਤਾ ਗੋਬਿੰਦਵਾਲ ਸਾਹਿਬ ਲੈ ਗਏ, ਵਿਧ ਬਣ ਗਈ ਨਾ, ਤਰੀਕਾ ਬਣ ਗਿਆ, ਕੋਈ ਨਾ ਕੋਈ ਆਈਡੀਆ ਬਣ ਗਿਆ ਇਕੱਠੇ ਹੋਣ ਦਾ। ਇਵੇਂ ਜਿਵੇਂ ਆ ਵੀ ਇੱਕ ਵਿਧੀ ਆ, ਵੀ ਬਾਣੀ ਦੀ ਵਿਚਾਰ ਸੁਣਨੀ ਹੈ, ਚਲੋ ਯਾਰ ਵਿਧਾ ਤਰੀਕਾ। ਜੁੜਨਾ ਕਿਹਦੇ ਨਾਲ ਆ? ਇੱਕ ਨਾ, ਚਾਹੇ ਜਲੇਬੀ ਖਾਣ ਦੀ ਵਿਧ ਹੋਵੇ, ਚਾਹੇ ਰੋਟੀ ਦਾਲ ਖਾਣ ਦੀ ਵਿਧ ਹੋਵੇ, ਕੋਈ ਵਿਧ ਹੋਵੇ, ਚਾਹੇ ਇਹੀ ਵਿਧ ਹੋਵੇ ਵੀ ਦੇਗੀ ਲੈ ਕੇ ਆਵਾਂ, ਕੋਈ ਵਿਧ ਹੋਵੇ, ਤਰੀਕਾ। ਹੁਣ ਚੌਥੇ ਪਾਤਸ਼ਾਹ ਇੱਥੇ ਕਹਿੰਦੇ ਕੋਈ ਤੂੰ ਤਰੀਕਾ ਦੇ ਸਾਨੂੰ, ਅਸੀਂ ਆਪ ਨਹੀਂ ਕੁਝ ਕਰ ਸਕਦੇ, ਕਿਸੇ ਆਈਡੀਏ ਰਾਹੀਂ, ਤਰੀਕੇ ਰਾਹੀਂ ਤੈਨੂੰ ਮਿਲ ਸਕਦੇ ਆ। ਜਿਵੇਂ ਆਪਾਂ ਕਿਸੇ ਵੀਰ ਨੂੰ, ਕਿਸੇ ਨੂੰ ਮਿਲਣਾ ਹੋਵੇ ਨਾ, ਤੇ ਆਪਣੀ ਸਭ ਤੋਂ ਪਹਿਲਾ ਤਰੀਕਾ ਕੀ ਹੁੰਦਾ? ਵੀ ਚਾਹ ਪਾਣੀ ਛਕ ਕੇ ਜੀ ਭਰਾਵਾ। ਉਹ ਕੀ ਆ? ਉਹ ਇੱਕ ਤਰੀਕਾ ਬੰਦੇ ਨੂੰ ਮਿਲਣ ਦਾ। ਬੈਠਾਂਗੇ 2 ਮਿੰਟ ਗੱਲਾਂ ਬਾਤਾਂ ਕਰਾਂਗੇ, ਊਂ ਤਾਂ ਬੈਠੇ ਹੀ ਨਹੀਂ ਜਾਂਦਾ। ਇਵੇਂ ਜਿਵੇਂ ਚੌਥੇ ਪਾਤਸ਼ਾਹ ਕਹਿੰਦੇ ਦਾਤਿਆ, ਅਸੀਂ ਸਿੱਧੇ ਤੌਰ ਤੇ ਤੈਨੂੰ ਮਿਲ ਸਕਦੇ ਹੈਗੇ, ਪਰ ਤੂੰ ਕੋਈ ਵਿਧ ਬਣਾ, ਕੋਈ ਤਰੀਕਾ ਕੱਢ। ਉਹ ਆਪਾਂ ਤਰੀਕੇ ਦੇਖ ਲਏ। ਫਿਰ ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਕਿਸੀ ਕੋ ਹੱਥ ਨਹੀਂ ਮੇਰੇ ਸੁਆਮੀ, ਐਸੀ ਮੇਰੇ ਸਤਿਗੁਰ ਬੂਝ ਬੁਝਾਈ। ਕਿਸੇ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ, ਸਭ ਕੁਛ ਤੇਰੇ ਹੱਥ ਵਿੱਚ ਹੈ। ਤੇ ਮਾਲਕਾ ਤੂੰ ਬਖਸ਼ਿਸ਼ ਕਰ, ਜਿਹੜਾ ਕੁਛ ਤੇਰੇ ਹੱਥ ਵਿੱਚ ਹੈ ਨਾ, ਉਹ ਮੈਨੂੰ ਇੱਕ ਵਾਰੀ ਦਿਖਾ ਦੇ। ਤੇ ਇਹ ਹੱਥ ਦੇ ਵਿੱਚੋਂ ਤਾਂ ਨਾ ਬਾਬੇ ਨਾਨਕ ਨੇ ਕਦੇ ਸ੍ਰੀ ਚੰਦ ਨੂੰ ਵੀ ਦਿਖਾਤਾ ਸੀ ਹੱਥ, ਤੇ ਕਦੇ ਬਾਬਾ ਲਹਿਣਾ ਜੀ ਨੂੰ ਵੀ ਦਿਖਾਤਾ ਸੀਗਾ, ਪਰ ਲਹਿਣੇ ਨੇ ਦੇਖ ਲਿਆ ਸੀਗਾ ਤੇ ਸ੍ਰੀ ਚੰਦ ਤੋਂ ਦੇਖਿਆ ਨਹੀਂ ਸੀ ਗਿਆ। ਹੱਥ ਦਿਖਾਤਾ ਸੀਗਾ। ਪੁੱਛਿਆ ਸੀ ਨਾ ਵੀ ਆਹ ਮੁੱਠੀ ਵਿੱਚ ਕੀ ਆ? ਸ੍ਰੀ ਚੰਦ ਕਹਿੰਦਾ 70-75 ਸਾਲ ਦਾ ਹੋ ਗਿਆ, ਬੋੜ ਮਾਰੀ ਜਾਂਦਾ। ਆਪਾਂ ਵੀ ਕਹਿ ਦਿੰਦੇ ਆ ਨਾ, ਵੱਡੀ ਉਮਰ ਦਾ ਹੋ ਗਿਆ ਤਾਂ ਅਕਲ ਨਹੀਂ ਹੈ। 58 ਸਾਲ ਤਾਂ ਸਰਕਾਰ ਵੀ ਰਿਟਾਇਰਮੈਂਟ ਦੇ ਦਿੰਦੀ ਹੈ ਟੀਚਰਾਂ ਨੂੰ, ਆਪਾਂ ਆਮ ਹੀ ਕਹਿ ਦਿੰਦੇ ਆ। ਪਰ ਨਹੀਂ, ਇੱਥੇ ਕੋਈ ਉਮਰ ਲਿਹਾਜ਼ ਨਹੀਂ, ਬੰਦੇ ਦੀ ਆਪਣੇ ਦਿਮਾਗ ਤੇ ਡਿਪੈਂਡ ਆ ਗੱਲ। ਗੁਰੂ ਕਿਰਪਾ ਕਰੇ। ਫਿਰ ਬਾਬੇ ਲਹਿਣੇ ਨੂੰ ਪੁੱਛਿਆ ਵੀ ਤੂੰ ਦੱਸ ਦੇ ਕੀ ਆ? ਅੱਖਾਂ ਮੀਚ ਲੀਆਂ, ਹੱਥ ਬੰਨ ਲਏ, ਧੌਣ ਨੀਵੀਂ ਕਰ ਲਈ। ਕਹਿੰਦਾ ਹੈ ਕੀ ਨਹੀਂ, ਮੈਨੂੰ ਇਹ ਪੁੱਛ, ਮੈਨੂੰ ਇਹ ਪੁੱਛ ਵੀ ਮੇਰੀ ਮੁੱਠੀ 'ਚ ਹੈ ਕੀ ਨਹੀਂ। ਇਹ ਉਹੀ ਘਰ ਆ ਜਿਹਦੇ ਘਰੇ ਸਭ ਕੁਛ ਆ, ਇਹ ਉਹੀ ਮੁੱਠੀ ਆ ਉਸੇ ਮੁੱਠੀ ਦੇ ਆਪਾਂ ਅੰਦਰ ਬੈਠੇ ਆਂਗੇ ਜਿਹਦੀ ਮੁੱਠੀ 'ਚ ਸਭ ਕੁਛ ਆ। ਇੱਥੇ ਚੌਥੇ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਕੋਈ ਬਿਰਲਾ ਪੁੱਜਦਾ ਹੈ, ਹਰੇਕ ਨਹੀਂ ਪੁੱਜ ਸਕਦਾਗਾ। ਇਹ ਕੰਡੀਸ਼ਨ ਦੇਤੀ ਪਾਤਸ਼ਾਹ ਨੇ, ਜਨ ਨਾਨਕ ਕੀ ਤੂੰ ਆਸ
ਤੂੰ ਜਾਣੇ ਹਰ ਦਰਸ਼ਨ ਦੇਖ, ਹਰ ਦਰਸ਼ਨ ਤ੍ਰਿਪਤਾਈ। ਹੇ ਵਾਹਿਗੁਰੂ ਜੀ, ਮੈਂ ਤੇਰੇ ਤੇ ਆਸ ਕਰਕੇ ਤੇਰੇ ਦਰਸ਼ਨਾਂ ਦੇ ਲਈ ਮੈਂ ਤੇਰੇ ਕੋਲ ਪਹੁੰਚਿਆ ਹਾਂ, ਤੇ ਤੇਰੇ ਦਰਸ਼ਨ ਕਰਨ ਦੇ ਨਾਲ ਨਾਲ ਮੇਰੀ ਤੇਰੇ ਦਰਸ਼ਨ ਕਰਕੇ ਨਾ ਰੂਹ ਰਚ ਗਈ, ਤ੍ਰਿਪਤ ਹੋ ਗਿਆ। ਮੈਂ ਅੰਦਰੋਂ ਭਰ ਗਿਆ, ਅੰਦਰੋਂ ਬਿਲਕੁਲ ਰਚ ਗਿਆ। ਬਸ ਕਾਹਦੇ ਕਰਕੇ? ਤੇਰੇ ਦਰਸ਼ਨ ਕਰਕੇ। ਦਰਸ਼ਨ ਕਿਸ ਰੂਪ ਦੇ ਵਿੱਚ? ਸੁਣਨ, ਪੜ੍ਹਨ ਅਤੇ ਸਮਝਣ ਦੇ ਰੂਪ ਵਿੱਚ। ਫਿਰ ਸਾਡਾ ਜੀਵਨ ਆ ਜਿਹੜਾ ਉਹ ਭਰ ਜਾਂਦਾ ਹੈ, ਰਚ ਜਾਂਦਾ ਹੈ। ਇਵੇਂ ਜਿਵੇਂ ਆਪਾਂ ਵੀ ਗੁਰੂ ਤੇ ਭਰੋਸਾ ਕਰੀਏ, ਯਕੀਨ ਕਰੀਏ, ਆਸ ਰੱਖੀਏ, ਉਹਦੇ ਤੋਂ ਬਿਨਾਂ ਕਿਸੇ ਹੋਰ ਤੇ ਆਸ ਨਾ ਰੱਖੀਏ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ, ਤੂੰ ਹੀ ਮੇਰਾ ਸਭ ਤੋਂ ਵੱਡਾ ਸੱਜਣ। ਸੁਹੇਲੇ ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੁਣ ਗੁਰੂ ਸਾਹਿਬ ਨੇ ਕਿਤੇ ਵੀ ਲਿਖਿਆ ਵੀ ਕੁਛ ਹੋਰ ਬਣ ਜਾ, ਨਾਨਕ ਦੇ ਘਰ ਦਾ ਗੋਲੇ ਬਣਨ ਨੂੰ ਹੀ ਕਿਹਾਗਾ, ਤੇ ਅਸੀਂ ਗੋਲੇ ਬਣ ਜੀਏ ਤਾਂ ਸਾਡੀ ਜ਼ਿੰਦਗੀ ਸਫਲ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।